ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਪ ਬਾਣੀ ਜਿਹੜੀ ਲੈ ਰਹੇ ਹਾਂ ਉਹਦਾ ਜਿਹੜਾ ਹੈਗਾ ਆਪਾਂ ਨੇ ਲਿਆ ਸੀਗਾ 15 ਅੰਕ ਹੋ ਗਏ ਸੀਗੇ, 16ਵਾਂ ਲੈਣਾ ਹੈ ਜੀ। ਇਹਦੇ ਵਿੱਚ ਜਿਹੜੀ ਯਾਤਰਾ ਪਹਿਲਾਂ ਜਿਹੜੀ ਹੈਗੀ ਕਿਸ ਤਰ੍ਹਾਂ ਜਿਹੜੇ ਹੈਗੇ ਆ ਉਹ ਮਨ ਦੇ ਵਿੱਚ ਨਾਮ ਵਸਦਾ ਹੈ। ਉਸ ਤੋਂ ਪਹਿਲਾਂ ਜਿਹੜਾ ਹੈਗਾ ਸਿਮਰਨ ਜਿਹੜਾ ਹੈਗਾ ਸਮਰਨ ਜਿਹੜਾ ਹੈਗਾ ਸੁਣਦਾ ਹੈ ਨਾਮ। ਸੁਣੇ ਦੇ ਅੰਕ 4 ਹੈਗੇ, ਫਿਰ 4 ਮੰਨਣ ਦੇ ਹੈਗੇ। ਉਸ ਤੋਂ ਬਾਅਦ ਪ੍ਰਮਾਣ ਹੋ ਜਾਂਦਾ ਹੈ। ਇਹ ਯਾਤਰਾ ਹੈਗੀ, ਇਹ ਧਿਆਨ ਸਿਮਰਨ ਵਾਲੀ ਯਾਤਰਾ ਹੈਗੀ, ਕਿਉਂਕਿ ਸਾਰੀ ਦੀ ਸਾਰੀ ਜਿਹੜੀ ਹੈਗੀ ਗੁਰੂ ਗ੍ਰੰਥ ਸਾਹਿਬ ਸਾਰੀ ਜਿਹੜੀ ਹੈਗੀ ਇਹ ਗਿਆਨ ਜਿਹੜਾ ਹੈਗਾ ਸਾਰਾ ਦਾ ਸਾਰਾ ਜਿਹੜਾ ਹੈਗਾ ਪ੍ਰੈਕਟੀਕਲ ਯਾਤਰਾ ਦੇ ਵਾਸਤੇ ਹੀ ਹੈ। ਇਹਦੀ ਹੋਂਦ ਹੈਗੀ ਆ ਸਹੀ ਡਾਇਰੈਕਸ਼ਨ ਔਰ ਮਿਨੀਮਮ ਇਨਪੁਟ ਮੈਕਸਿਮਮ ਆਊਟਪੁੱਟ। ਇਹੀ ਹੈਗਾ ਇਹਦਾ ਮਕਸਦ ਇਸ ਬਾਣੀ ਦਾ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗਹਿ ਮਾਨ। ਕਹਿੰਦੇ ਜਿਹੜੇ ਇਸ ਤਰੀਕੇ ਦੇ ਨਾਲ ਯਾਤਰਾ ਕਰਦੇ ਆ, ਮਾਲਕ ਨੇ ਜਿਹੜੀ ਖੇਡ ਬਣਾਈ ਹੋਈ ਆ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਤੇ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਆ। ਉਹਨਾਂ ਦੇ ਹਿਰਦੇ 'ਚ ਨਾਮ ਚਲੇ ਜਾਂਦਾ ਹੈ, ਮਨ ਦੇ ਵਿੱਚ ਨਾਮ ਉਤਰ ਜਾਂਦਾ ਹੈ, ਰਿਪਲੇਸ ਹੋ ਜਾਂਦਾ ਹੈ। ਪੰਚ ਪਰਵਾਨ ਪੰਚ ਪ੍ਰਧਾਨ, ਉਹ ਜਿਹੜੇ ਹੈਗੇ ਸੰਸਾਰ ਸਮੁੰਦਰ ਤੋਂ ਉੱਪਰ ਉੱਠ ਜਾਂਦੇ ਆ ਔਰ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਆ। ਪ੍ਰਮਾਣ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਗਏ, ਨਾਮ ਦਾ ਨਿਸ਼ਾਨ ਆ ਗਿਆ ਉਹਨਾਂ ਦੇ ਮੱਥੇ 'ਤੇ। ਪੰਚ ਪਰਵਾਨ ਪੰਚ ਪ੍ਰਧਾਨ, ਉਹ ਸੰਸਾਰ ਸਮੁੰਦਰ ਤੋਂ ਬਾਹਰ ਹੋ ਗਏ, ਮਾਲਕ ਦੀ ਕੈਬਨਿਟ ਦੇ ਅੰਦਰ, ਮਾਲਕ ਦੇ ਮਹਿਲ ਦੇ ਅੰਦਰ, ਔਰ ਮਾਲਕ ਵੱਲੋਂ ਸਰੀਰ ਦੀ ਕੈਦ 'ਚੋਂ ਵੱਖ ਹੋ ਗਏ। ਮਾਇਆ ਨੂੰ ਜਿੱਤ ਲਿਆ ਉਹਨਾਂ ਨੇ, ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਨੇ। ਪੰਚ ਪਰਵਾਨ ਪੰਚ ਪ੍ਰਧਾਨ, ਆ ਪ੍ਰਧਾਨ ਲਿਖਿਆ ਹੋਇਆ ਭਾਈ। ਪੰਚੇ ਭਾਵੇਂ ਦਰਗਹਿ ਮਾਨ, ਉਹਨਾਂ ਨੇ ਮਾਲਕ ਦੀ ਦਰਗਾਹ ਦੇ ਵਿੱਚ ਇੱਜ਼ਤ ਪਾ ਲਈ। ਔਰ ਇੱਥੇ ਵੀ ਜਦ ਤੱਕ ਹੈਗੇ ਇਹ ਸਰੀਰ ਦੇ ਵਿੱਚ ਹੀ ਹੋਣਾ ਆ, ਸਰੀਰ ਦੇ ਵਿੱਚ ਹੀ ਹੋਣਾ ਆ। ਜਦ ਤੱਕ ਆਪਣੇ ਸਵਾਸ ਹੈਗੇ ਤਦ ਤੱਕ ਇਹ ਆਪਾਂ ਨੂੰ ਵੀ ਚਾਂਸ ਹੈਗਾ ਭਾਈ ਇਸ ਸਟੇਜ 'ਤੇ ਪਹੁੰਚਣ ਦਾ। ਆਹੀ ਟਾਰਗੇਟ ਹੈਗਾ ਆਪਣਾ। ਬਸ ਆਹ ਟਾਰਗੇਟ ਜਿਹਨੂੰ ਯਾਦ ਆ ਤੇ ਸਮਝ ਲਓ ਭਾਈ ਉਹ ਜਿੱਤ ਜਾਏਗਾ। ਇਸੇ ਵਾਸਤੇ ਜਿਹੜਾ ਹੈਗਾ ਆਹੀ ਟਾਰਗੇਟ ਆ, ਇਹੀ ਪ੍ਰਵਾਨ ਹੋਣ ਵਾਸਤੇ, ਇਹ ਪ੍ਰਧਾਨ ਬਣਨ ਵਾਸਤੇ ਇਹ ਮਨੁੱਖ ਸਰੀਰ ਆਪਾਂ ਨੂੰ ਲੱਭਿਆ ਆ। ਰੇਅਰ ਸਭ ਤੋਂ ਸਿਖਰਲਾ ਡੰਡਾ ਹੈਗਾ ਭਾਈ। ਇਸ ਤੋਂ ਉੱਪਰ ਪ੍ਰਵਾਨਗੀ ਹੈਗੀ, ਇਸ ਤੋਂ ਉੱਤੇ ਇਹ ਮਹਿਲ ਹੈਗਾ ਮਾਲਕ ਪਰਮਾਤਮਾ ਦਾ, ਔਰ ਇਸ ਤੋਂ ਥੱਲੇ ਜਿਹੜਾ ਹੈਗਾ ਉਹ 84 ਲੱਖ ਜੂਨਾਂ ਪਈਆਂ। ਇਹੀ ਸੰਸਾਰ ਸਮੁੰਦਰ ਹੈਗਾ, ਇਹੀ ਪੌਜਲ ਹੈਗਾ, ਆਹੀ ਖੇਡ ਆ ਮਾਲਕ ਪਰਮਾਤਮਾ ਦੀ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗਹਿ ਮਾਨ, ਪੰਚੇ ਸੋਹੇ ਦਰੇ ਰਾਜਾਨ। ਕਿਸ ਤਰ੍ਹਾਂ ਸੋਭਦੇ ਆ ਉਹ। ਇਹ ਥੋੜ੍ਹੀ ਨਾ ਕਿ ਬਈ ਬੂੰਦ ਸਾਗਰ ਦੇ ਵਿੱਚ ਚਲੀ ਗਈ ਅਤੇ ਬਸ ਬੂੰਦ ਜਿਹੜੀ ਹੈਗੀ ਹੁਣ ਸਾਗਰ ਆ, ਬਈ ਹੁਣ ਮਰਜ ਹੋ ਗਈ। ਇਹ ਜਿਹੜਾ ਹੈਗਾ ਕਿਤੇ ਕੰਧ ਦੇ ਨਾਲ ਇੱਕ ਆਪਣੀ ਵੀ ਇੱਟ ਲੱਗ ਗਈ, ਜਾ ਕੇ ਜੜ ਗਏ ਆਪਾਂ ਮਾਲਕ ਦੇ ਨਾਲ, ਆਪਣਾ ਖਤਮ ਹੋ ਗਿਆ ਵਜੂਦ, ਸਾਰਾ ਕੁਛ ਖਤਮ ਹੋ ਗਿਆ। ਨਾ ਨਾ ਨਾ, ਉਹ ਤਾਂ ਸੋਭਦੇ ਆ ਪਿਆਰਿਓ, ਸੋਭਦੇ ਆ, ਰਾਜਿਆਂ ਵਾਂਗੂ ਸੋਭਦੇ ਆ। ਪੰਚੇ ਸੋਹੇ ਦਰੇ ਰਾਜਾਨ,
ਉਹ ਮਾਲਕ ਦੇ ਦਰ 'ਤੇ ਸ਼ੋਭਦੇ ਹਮੇਸ਼ਾ ਵਾਸਤੇ, ਮਾਲਕ ਦੇ ਨਾਲ ਅਬਨਾਸੀ ਹੋ ਜਾਂਦੇ ਆ। ਪੰਚਾਂ ਕਾ ਗੁਰ ਏਕ ਧਿਆਨ, ਕਿਵੇਂ ਕੀ ਕੀਤਾ? ਕਹਿੰਦੇ ਬਸ ਇੱਕੋ ਹੀ ਗੱਲ ਚੇਤੇ ਰੱਖੀ ਬਈ ਜੋ ਗੁਰੂ ਕਹਿ ਰਿਹਾ ਹੈ, ਜੋ ਗਾਈਡ ਕਹਿ ਰਿਹਾ, ਜੋ ਬ੍ਰਹਮ ਗਿਆਨ ਕਹਿ ਰਿਹਾ ਹੈ, ਬਸ ਕੀ ਧਿਆਨ ਸਿਮਰਨ। ਪੰਚਾਂ ਕਾ ਗੁਰ ਏਕ ਧਿਆਨ। ਕੀ ਨੁਕਤਾ ਹੈਗਾ? ਬਸ ਆਹੀ ਨੁਕਤਾ ਹੈਗਾ ਭਾਈ, ਇੱਕ ਧਿਆਨ ਸਿਮਰਨ। ਜੇ ਕੋ ਕਹੈ ਕਰੇ ਵਿਚਾਰ, ਕਰਤੇ ਕੇ ਕਰਨੇ ਨਾਹੀ ਸ਼ੁਮਾਰ। ਕਹਿੰਦੇ ਬਾਕੀ ਹੋਰ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਵਿਚਾਰ ਜੇ ਕੋਈ ਕਹਿੰਦਾ ਹੈ, ਕਰਦਾ ਹੈ, ਤੇ ਉਹਦਾ ਕਹਿੰਦੇ ਉਹਦਾ ਤਾਂ ਅੰਤ ਹੀ ਨਹੀਂ ਹੈ। ਉਸ ਮਾਲਕ ਪਰਮਾਤਮਾ ਦੀ ਪਾਵਰ ਦਾ, ਮਾਲਕ ਦਾ, ਉਹਦੀ ਸ੍ਰਿਸ਼ਟੀ ਦਾ ਅੰਤ ਨਹੀਂ ਹੈ, ਬੇਸ਼ੁਮਾਰ ਹੈਗਾ ਉਹ। ਕਰਤਾ ਕਿ ਕਰਨੇ ਨਾਹੀ ਸ਼ੁਮਾਰ, ਉਹਦੇ ਕਰਨੇ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਹੀ ਸੰਸਾਰ ਦੇਖ ਲਓ, ਕਿੰਨੀ ਸ੍ਰਿਸ਼ਟੀ ਬਣਾਈ ਹੋਈ ਹੈ ਮਾਲਕ ਪਰਮਾਤਮਾ ਨੇ। ਧੌਲ ਧਰਮ ਦਇਆ ਕਾ ਪੂਤ। ਧੌਲ ਕਹਿੰਦੇ ਆ, ਬਲਦ ਨੂੰ ਨਹੀਂ ਕਹਿੰਦੇ ਧੌਲ। ਧੌਲ ਜਿਹੜੇ ਹੈਗੇ, ਧੌਲ ਦਾ ਮਤਲਬ ਹੁੰਦਾ ਹੈ ਚਿੱਟਾ। ਉਹ ਉਹਦੇ 'ਚ ਆਉਂਦਾ ਹੈ, ਦੇਖੋ ਇਹਦੇ ਵਿੱਚ ਇੱਕ ਜਗ੍ਹਾ 'ਤੇ ਮੈਂ ਲੈਣਾ ਹੈ, ਕਿਤੇ ਨੋਟ ਕੀਤਾ ਸੀ, ਹਾਂਜੀ ਮਿਲ ਗਿਆ। ਇਹਦੇ ਵਿੱਚ ਜਿਹੜਾ ਨਾ ਇਹ ਆਪਣੇ ਨਾਮਦੇਵ ਜੀ ਨੇ ਇੱਕ ਗੋਂਡ ਰਾਗ ਦੇ ਵਿੱਚ 874 ਅੰਗ 'ਤੇ ਇੱਕ ਸ਼ਬਦ ਲਿਖਿਆ ਸੀਗਾ। ਉਹਦੇ ਵਿੱਚ ਮਹਾਰਾਜ ਨਾਮਦੇਵ ਜੀ ਕਹਿੰਦੇ ਆ, ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ ਰਹਾਓ। ਕਹਿੰਦੇ ਅੱਜ ਮੈਂ ਉਹ ਮਾਲਕ ਪਰਮਾਤਮਾ ਦੇ ਦਰਸ਼ਨ ਹੋ ਗਏ, ਮੈਂ ਸਮਝਾ ਰਿਹਾ ਹਾਂ ਪਰ ਨਹੀਂ ਸਮਝ ਰਹੇ। ਆਹ ਦੇਖੋ ਜਿਹੜੇ ਹੈਗੇ, ਜਿਹੜੇ ਪੰਡਤ, ਜਿਹੜੇ ਸਕਾਲਰ, ਜਿਹੜੇ ਹੈਗੇ, ਜਿਹੜੇ ਗਿਆਨੀ ਨਹੀਂ ਸਮਝ ਰਹੇ। ਕਹਿੰਦੇ ਅੱਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਓ ਰੇ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਗਾਂ ਜਿਹੜੀ ਹੈ ਪਾਂਡੇ ਦੀ, ਜਿਹੜੀ ਗਾਂ ਜਿਹਨੂੰ ਕਹਿੰਦੇ ਆ, ਇਹ ਕਪਿਲ ਗਾਂ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ, ਜੱਟ ਦਾ ਖੇਤ ਖਾਂਦੀ ਸੀ, ਲੈ ਕੇ ਠੇਂਗਾ ਟੰਗਰੀ ਤੋਰੀ, ਲਾਂਗਤ ਜਾਤੀ ਥੀ। ਕਹਿੰਦੇ ਉਹਨੇ ਸੋਟੀ ਮਾਰ ਕੇ ਉਹਦੀ ਲੱਤ ਤੋੜਤੀ ਤੇ ਲੰਗੜੀ ਹੋ ਕੇ ਤੁਰਦੀ ਸੀਗੀ। ਪਾਂਡੇ ਤੁਮਰਾ ਮਹਾਦੇਵ, ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਇਹ ਸਾਖੀ ਹੈਗੀ। ਇਹ ਕਹਿੰਦੇ ਮਹਾਦੇਵ ਸ਼ਿਵ ਜੀ ਜਿਹੜੇ ਹੈਗੇ, ਇਹਨਾਂ ਨੇ ਜਿਹੜਾ ਹੈਗਾ, ਤੇ ਪਾਂਡੇ ਤੁਮਰਾ ਮਹਾਦੇਵ, ਧੌਲੇ ਬਲਦ, ਧੌਲੇ ਅਲੱਗ ਲਿਖਿਆ, ਬਲਦ ਅਲੱਗ ਲਿਖਿਆ। ਧੌਲ ਜਿਹੜਾ ਹੈ, ਧੌਲਾ ਮਤਲਬ ਚਿੱਟਾ। ਧੌਲੇ ਬਲਦ ਚੜਿਆ ਆਵਤ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ, ਮੋਦੀ ਦੇ ਦਾਵਤ ਸੀਗੀ ਉੱਥੇ, ਜਿਹੜਾ ਹੈਗਾ ਉਹਦਾ ਹੀ ਲੜਕਾ ਮਾਰਤਾ। ਫਿਰ ਅੱਗੇ ਸ਼੍ਰੀ ਰਾਮਚੰਦਰ ਦੀ ਗੱਲ ਕਰ ਰਹੇ ਆ। ਪਾਂਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਕਹਿੰਦੇ ਰਾਮਚੰਦਰ ਜਿਹੜਾ ਹੈਗਾ ਦਸ਼ਰਥ ਦਾ ਬੇਟਾ, ਉਹ ਵੀ ਕਹਿੰਦੇ ਮੈਂ ਦੇਖਿਆ ਹੈ, ਸਾਰੇ ਦੇਖੇ ਆ, ਪਰ ਉਹ ਮਾਲਕ ਪਰਮਾਤਮਾ ਦੇ ਬਰਾਬਰ ਕੋਈ ਨਹੀਂ ਹੈਗਾ, ਬੀਠਲ ਦੇ ਬਰਾਬਰ। ਕਹਿੰਦੇ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਕਿਉਂ? ਕਿਉਂਕਿ ਉਹਦੇ ਸੀਤਾ ਜਿਹੜੀ ਹੈਗੀ ਉਹ ਰਾਵਣ ਲੈ ਗਿਆ ਸੀਗਾ, ਇਸ ਕਰਕੇ ਰਾਵਣ ਦੇ ਨਾਲ ਲੜਾਈ ਹੋਈ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ। ਤੇ ਮਹਾਰਾਜ ਜਿਹੜੇ ਹੈਗੇ ਕੋਈ ਖਾਸ ਧਰਮ ਨੂੰ ਨਹੀਂ ਦੱਸ ਰਹੇ ਭਾਈ, ਇਹ ਆਪਣੀਆਂ ਕੁਰੀਤੀਆਂ ਦੱਸ ਰਹੇ ਆ। ਹਿੰਦੂ ਅੰਨਾ ਤੇ ਤੁਰਕੂ ਕਾਣਾ। ਹਿੰਦੂ ਅੰਨਾ ਕਿਉਂ? ਕਿਉਂਕਿ ਪਰਮਾਤਮਾ ਨੂੰ ਜਿਹੜਾ ਹੈਗਾ ਉਹ ਮੂਰਤੀ ਦੇ ਵਿੱਚ, ਆਕਾਰ ਦੇ ਵਿੱਚ ਮੂਰਤੀ ਦੀ ਪੂਜਾ ਕਰਦਾ ਹੈ। ਤੇ ਤੁਰਕੂ ਜਿਹੜਾ ਹੈਗਾ ਉਹ ਕਾਣਾ ਕਿਉਂ ਹੈ? ਕਿਉਂਕਿ ਉਹ ਸ਼ਰ੍ਹਾ ਹੈਗੀ ਉਹਦੇ ਅੰਦਰ। ਉਹ 7 ਪਤਾਲ, ਪਤਾ ਨਹੀਂ ਕਿਹੜੇ ਪਤਾਲ ਜਿਹੜੇ ਹੈਗੇ ਉਸ 'ਤੇ ਜਿਹੜਾ ਹੈਗਾ ਪਿਸ਼ਤ, ਜੰਨਤ,
ਦੋਹਾਂ ਤੇ ਗਿਆਨੀ ਸਿਆਣਾ। ਗਿਆਨਵਾਨ ਇਨਸਾਨ ਜਿਹੜਾ ਹੈਗਾ ਉਹ ਦੋਨਾਂ ਤੋਂ ਸਿਆਣਾ ਹੈਗਾ ਭਾਈ। ਗਿਆਨਵਾਨ ਇਨਸਾਨ ਹਿੰਦੂਆਂ ਦੇ ਵਿੱਚ ਵੀ ਹੈਗੇ, ਹਿੰਦੂਆਂ 'ਚ ਵੀ ਗਿਆਨਵਾਨ ਤੇ ਮੁਸਲਮਾਨਾਂ ਦੇ ਵਿੱਚ ਵੀ ਗਿਆਨਵਾਨ। ਇਹ ਗਿਆਨੀ ਕੋਈ ਸਿੱਖ ਨਹੀਂ ਹੈ, ਸਾਰੇ ਗਿਆਨਵਾਨ ਹੈ। ਉਹਨਾਂ ਦੇ ਵਿੱਚ ਵੀ ਇੱਦਾਂ ਦੇ ਜਿਹੜਾ ਵੀ ਆ ਗਿਆਨ ਲੈ ਲੂਗਾ, ਜਿਹੜਾ ਵੀ ਗਿਆਨੀ ਹੋ ਜਾਏਗਾ, ਜਿਹੜਾ ਕਰਮ ਕਾਂਡ ਛੱਡ ਦੇਗਾ ਉਹੀ ਗਿਆਨੀ ਹੈ ਭਾਈ। ਜਿਹਨੇ ਧਿਆਨ ਸਿਮਰਨ ਜਾਣ ਲਿਆ ਉਹੀ ਗਿਆਨੀ ਹੈਗਾ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹਿੰਦੂ ਪੂਜੈ ਦੇਹਰਾ, ਮੁਸਲਮਾਨ ਮਸੀਤ। ਹਿੰਦੂ ਜਿਹੜਾ ਹੈਗਾ ਦੇਹਰਾ ਮੰਦਰ, ਜੇ ਉਸੇ ਦੇ ਵਿੱਚ ਕਹਿੰਦੇ ਆ ਪਰਮਾਤਮਾ ਤਾਂ ਇੱਥੇ ਹੀ ਹੈਗਾ ਭਾਈ, ਆਹੀ ਪਰਮਾਤਮਾ ਦੀ ਮੂਰਤੀ ਹੈਗੀ। ਮੁਸਲਮਾਨ ਮਸੀਤ ਨੂੰ ਪੂਜਦੇ ਆ, ਆਪਾਂ ਗੁਰੂ ਗ੍ਰੰਥ ਗੁਰਦੁਆਰੇ ਨੂੰ ਪੂਜਦੇ ਆ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਕਹਿੰਦੇ ਗਿਆਨਵਾਨ ਇਨਸਾਨ ਜਿਹੜਾ ਪਰਮਾਤਮਾ ਨੂੰ ਹਰ ਜਗ੍ਹਾ ਤੇ, ਹਰ ਪਰਮਾਤਮਾ ਤਾਂ ਹਰੇਕ ਜਗ੍ਹਾ ਤੇ, ਉਸ ਤੋਂ ਖਾਲੀ ਕੋਈ ਜਗ੍ਹਾ ਹੈ ਹੀ ਨਹੀਂ ਮਾਲਕ ਤੋਂ। ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ। ਨਾਮੇ ਸੋਈ ਸੇਵਿਆ, ਜਹ ਦੇਹਰਾ ਨਾ ਮਸੀਤ। ਨਾਮਦੇਵ ਜੀ ਕਹਿੰਦੇ ਮੈਂ ਤਾਂ ਭਾਈ ਅੰਦਰ ਵੜਿਆ ਆ ਭਾਈ, ਨਾ ਤਾਂ ਉੱਥੇ ਕੋਈ ਦੇਹਰਾ ਹੈ ਤੇ ਨਾ ਕੋਈ ਮਸੀਤ ਹੈ, ਨਾ ਕੋਈ ਜਿਹੜੀ ਹੈਗੀ ਆ ਉੱਥੇ ਜਿਹੜੀ ਹੈਗੀ ਆ ਚਰਚ ਹੈਗਾ। ਹਿੰਦੂ ਪੂਜੇ ਦੇਹਰਾ, ਨਾ ਕੋਈ ਗੁਰਦੁਆਰਾ ਹੈਗਾ ਉੱਥੇ। ਹਿੰਦੂ ਪੂਜੇ ਦੇਹਰਾ, ਮੁਸਲਮਾਨ ਮਸੀਤ। ਨਾਮੇ ਸੋਈ ਸੇਵਿਆ, ਜਹ ਦੇਹਰਾ ਨਾ ਮਸੀਤ। ਇਹ ਜੀ ਆਪਾਂ ਤੌਲਾ ਵਰਡ ਜਿਹੜਾ ਹੈਗਾ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਤੌਲ ਧਰਮ ਦਇਆ ਕਾ ਪੂਤ। ਕਹਿੰਦੇ ਭਾਈ ਧਰਮ ਜਿਹੜਾ ਹੈਗਾ, ਧਰਮ ਕਾਹਦੇ ਤੇ ਖੜਾ ਹੈ? ਧਰਮ ਕੀ ਹੈ? ਧਰਮ ਜਿਹੜਾ ਹੈਗਾ, ਧਰਮ ਹੈਗਾ ਹੁਕਮ, ਨਿਯਮ, ਕਾਨੂੰਨ। ਕਹਿੰਦੇ ਦਇਆ ਤੋਂ ਪੈਦਾ ਹੋਣਾ ਹੈ ਧਰਮ, ਦਇਆ ਦਾ ਪੁੱਤ ਹੈਗਾ। ਜਿਹਦੇ ਕੋਲ ਦਇਆ ਹੈਗੀ ਉੱਥੇ ਧਰਮ ਹੈਗਾ ਭਾਈ। ਜਿਹਦੇ ਕੋਲ ਦਇਆ ਨਹੀਂ ਹੈ ਤਾਂ ਉਹ ਧਾਰਮਿਕ, ਉਹ ਪਰਮਾਤਮਾ ਦੇ ਵੱਲ ਨੂੰ ਯਾਤਰਾ ਕਰ ਹੀ ਨਹੀਂ ਸਕਦਾ। ਤੌਲ ਧਰਮ ਦਇਆ ਕਾ ਪੂਤ। ਸੰਤੋਖ ਥਾਪ ਰੱਖਿਆ ਜਿਨੇ ਸੂਤ। ਤੇ ਸੰਤੋਖ ਚਾਹੀਦਾ ਹੈ ਭਾਈ ਇਸ ਧਰਮ ਨੂੰ, ਇਹ ਸੂਤਰ ਦੇ ਵਿੱਚ ਪਰੋਣ ਦੇ ਨਾਲ, ਸੰਤੋਖ ਦੇ ਸੂਤਰ ਦੇ ਵਿੱਚ ਇਹ ਪਰੋਇਆ ਜਾਂਦਾ ਹੈ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨੇ ਸੂਤ। ਜੇ ਕੋ ਬੁੱਝੇ ਹੋਵੇ ਸਚਿਆਰ। ਜਿਹੜਾ ਕੋਈ ਵੀ ਇਸ ਗੱਲ ਨੂੰ ਬੁੱਝ ਜਾਏਗਾ, ਜਿਹੜਾ ਕੋਈ ਵੀ ਇਸ ਗੱਲ ਨੂੰ ਬੁੱਝ ਜਾਏਗਾ ਬਈ ਧਰਮ ਹੈਗਾ ਭਾਈ, ਧਰਮ ਆਪਾਂ ਇਨਸਾਨ ਦੀ ਜੂਨ 'ਚ ਆਪਣਾ ਧਰਮ ਹੈਗਾ ਧਿਆਨ ਸਿਮਰਨ। ਆਪਣਾ ਧਰਮ ਹੈਗਾ ਭਾਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਆਪਣਾ ਧਰਮ ਹੈਗਾ ਭਾਈ। ਜੇ ਕੋ ਬੁੱਝੇ ਹੋਵੇ ਸਚਿਆਰ। ਜਿਹੜਾ ਕੋਈ ਵੀ ਇਸ ਗੱਲ ਨੂੰ ਬੁੱਝ ਜਾਏਗਾ ਉਹ ਸਚਿਆਰਾ ਹੋ ਜਾਏਗਾ, ਸਚਿਆਰ ਹੋ ਜਾਏਗਾ। ਉਹ ਜਿਹੜਾ ਹੈਗਾ ਭਰੀਏ ਹੱਥ ਪੈਰ ਧੋਂਦੇ, ਪਾਣੀ ਧੋਤੇ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਨਾਵੇ ਕੇ ਰੰਗ। ਇਸ ਤਰ੍ਹਾਂ ਆਪਣੀ ਮੱਤ ਜਿਹੜੀ ਹੈਗੀ ਧੋ ਲਏਗਾ ਨਾਮ ਦੇ ਰੰਗ ਦੇ ਦੁਆਰਾ, ਇਸ ਧਰਮ ਦੇ ਦੁਆਰਾ। ਜੇ ਕੋ ਬੁਝੈ ਹੋਵੇ ਸਚਿਆਰ, ਤਵਲੇ ਉੱਪਰ ਕੀਤਾ ਪਾਰ। ਬਾਕੀ ਜਿਹੜਾ ਹੈਗਾ ਇਹਨਾਂ ਨੇ ਕਹੀ ਜਾਣਾ ਹੈ ਭਾਈ ਬਲਦ ਨੇ ਸਿੰਘਾਂ ਦੇ ਉੱਤੇ ਧਰਤੀ ਨੂੰ ਚੁੱਕਿਆ ਹੋਇਆ ਹੈ। ਪਤਾ ਨਹੀਂ ਕਿਹੜਾ ਬਲਦ ਆ ਭਾਈ, ਕਿੰਨੀ ਕੁ ਉਹਦੇ ਸਿਰ 'ਤੇ ਇੰਨਾ ਭਾਰ ਆ, ਕਿਵੇਂ ਉਹਨੇ ਚੁੱਕਿਆ ਹੋਇਆ ਹੈ। ਧਰਤੀ ਹੋਰ ਪਰ ਹੈ ਹੋਰ। ਇੱਥੇ ਇੱਕ ਧਰਤੀ ਥੋੜ੍ਹੀ ਨਾ ਹੈ। ਮਹਾਰਾਜ ਕਹਿੰਦੇ ਧਰਤੀਆਂ ਤਾਂ ਹੋਰ ਦੀਆਂ ਹੋਰ ਦੀਆਂ ਹੋਰ ਹੈਗੀਆਂ। ਕਿੰਨੀਆਂ ਧਰਤੀਆਂ ਹੈਗੀਆਂ, ਕਿੰਨੇ ਪਲੈਨਟ ਹੈਗੇ। ਦੇਖੋ ਕਿੰਨੇ ਤਾਰੇ ਰਾਤ ਨੂੰ ਨਜ਼ਰ ਆਉਂਦੇ ਆ। ਜੇ ਕੋ ਬੁੱਝਿਆ ਹੋਵੇ ਸਚਿਆਰ, ਧਾਵਲੇ ਉੱਪਰ ਕੀਤਾ ਬਾਹਰ। ਧਰਤੀ ਹੋਰ ਪਰ ਹੈ ਹੋਰ, ਜਿਸ ਤੇ ਪਹਾੜ ਤਲੇ ਕਵਣ ਜੋਰ। ਕਹਿੰਦੇ ਉਹਨਾਂ ਦੇ ਪਹਾੜ ਇੰਨੀ ਵੱਡੀਆਂ ਧਰਤੀਆਂ, ਉਹਨਾਂ ਦਾ ਆਪਣਾ ਪਾਰ ਦੇਖੋ। ਉਹਨਾਂ ਦੇ ਉੱਤੇ ਇੰਨੇ ਚਾਰ ਖਾਣੀਆਂ ਹੈਗੀਆਂ, ਇੰਨੇ ਜੀ ਜੰਤ ਜਿਹੜੇ ਵੈਜੀਟੇਸ਼ਨ ਸਾਰੀ ਹੈਗੀ, ਪਹਾੜ, ਪਾਣੀ, ਹਵਾ, ਸਾਰਾ ਇਹਨਾਂ ਦਾ ਭਾਰ ਦੇਖ ਲਓ ਕਿੰਨਾ ਕੁ ਭਾਰ ਹੈਗਾ ਭਾਈ। ਧਰਤੀ ਹੋਰ ਪਰ ਹੈ ਹੋਰ, ਤਿਸ ਤੇ ਪਹਾੜ ਤਲੇ ਕਵਣ ਜੋਰ। ਕਿਹੜਾ ਜੋਰ ਹੈ ਉਹਨਾਂ ਨੂੰ?
ਭਾਈ ਇਹੀ ਧਰਮ ਹੈਗਾ। ਧਰਮ ਇਹੀ ਪਾਵਰ ਮਾਲਕ ਪਰਮਾਤਮਾ ਦੀ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਪਾਵਰ ਹੈਗੀ, ਸ਼ਕਤੀ ਹੈਗੀ, ਨਾਮ ਹੈਗਾ, ਧਰਮ ਹੈਗਾ, ਜਿਸ ਨੇ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈਗਾ ਦੇਖ ਲਓ, ਬਗੈਰ ਜਿਹੜਾ ਹੈ ਕਿ ਕਿਸੇ ਸਪੋਰਟ ਦੇ ਧਰਤੀ ਹਵਾ ਦੇ ਵਿੱਚ ਘੁੰਮ ਰਹੀ ਹੈ ਔਰ ਚੱਲ ਵੀ ਰਹੀ ਹੈ, ਗਤੀ ਹੋ ਰਹੀ ਹੈ। ਸਾਰੇ ਪਲੈਨਟਸ ਆਪੋ ਆਪਣਾ ਜਿਹੜਾ ਹੈਗਾ ਧਰਮ ਨਿਭਾ ਰਹੇ ਸਾਰੇ ਦੇ ਸਾਰੇ। ਮਜਾ ਲਿਆ ਕੋਈ ਜਿਹੜਾ ਹੈਗਾ ਫ੍ਰੈਕਸ਼ਨ ਆਫ ਸੈਕਿੰਡ ਜਿਹੜਾ ਹੈਗਾ ਉਹਦੇ 'ਚ ਕਮੀ ਆ ਜਾਏ। ਧਰਤੀ ਹੋਰ ਪਰੇ ਹੋਰ ਤਿਸ ਤੇ ਪਹਾੜ ਤਲ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਉ। ਦੇਖ ਲਾ ਪਿਆਰਿਆ ਮਾਲਕ ਪਰਮਾਤਮਾ ਨੂੰ, ਦੇਖ ਉਹਦੀ ਪਾਵਰ ਨੂੰ, ਦੇਖ ਕਿੰਨੇ ਜੀ ਹੈਗੇ, ਕਿੰਨੀਆਂ ਜਾਤਾਂ ਹੈਗੀਆਂ। 84 ਲੱਖ ਜੂਨਾਂ ਹੈਗੀਆਂ ਔਰ ਇੱਕ ਜੂਨ ਦੇ ਵਿੱਚ ਕਿੰਨੇ ਕੁ ਜੀ ਹੈਗੇ, ਅਣਗਿਣਤ ਜੀ ਹੈਗੇ ਭਾਈ। ਜੀ ਜਾਤ ਰੰਗਾਂ ਕੇ ਨਾਉ, ਕਿੰਨੇ ਉਹਨਾਂ ਦੇ ਨਾਮ ਹੈਗੇ ਆ ਅਲੱਗ ਅਲੱਗ। ਸਭਨਾ ਲਿਖਿਆ ਬੜੀ ਕਲਾਮ। ਕਮਾਲ ਆ ਕਹਿੰਦੇ। ਸਾਰਿਆਂ ਦੇ ਨਾਲ ਸਾਰੇ ਜਿਹੜੇ ਕਰਮ ਕਰ ਰਹੇ ਆ ਸਾਰਿਆਂ ਦਾ ਲੇਖਾ ਜਿਹੜਾ ਹੈਗਾ ਇੱਕੋ ਕਲਮ ਦੇ ਨਾਲ ਪਰਮਾਤਮਾ ਲਿਖੀ ਜਾ ਰਿਹਾ। ਸਾਰਿਆਂ ਦਾ ਲੇਖਾ, ਸਾਰਿਆਂ ਦੀ ਕੈਲਕੂਲੇਸ਼ਨ, ਸਾਰਿਆਂ ਦੀ 24/7 ਜਿਹੜਾ ਹੈਗਾ ਉਹਨਾਂ ਦੀ ਕਾਊਂਟਿੰਗ ਹੋਈ ਜਾ ਰਹੀ ਹੈ। ਉਹਨਾਂ ਦੇ ਕਰਮਾਂ ਦੀ, ਉਹਨਾਂ ਦੀ ਡਿਮਾਂਡ ਕੀ ਹੈਗੀ, ਉਹਨਾਂ ਨੂੰ ਕੀ ਹੈਗੀ ਤਕਲੀਫ, ਕਿਸ ਤਰ੍ਹਾਂ ਹੈਗਾ, ਸਾਰਿਆਂ ਦੇ ਬਾਰੇ ਮਾਲਕ ਨੂੰ ਜਾਣਕਾਰੀ ਲਗਾਤਾਰ ਕੰਟੀਨਿਊਸਲੀ ਮਿਲ ਰਹੀ ਹੈ। ਉਹ ਕਿਹੜੀ ਕਲਮ ਹੈਗੀ ਹੈ ਜਿਹਦੇ ਨਾਲ ਲੇਖਾ ਲਿਖ ਰਿਹਾ ਮਾਲਕ ਪਰਮਾਤਮਾ। ਜੀ ਜਾਤ ਰੰਗਾਂ ਕੇ ਨਾਉ, ਸਭਨਾ ਲਿਖਿਆ ਬੜੀ ਕਲਾਮ। ਐਸੀ ਕਲਾਮ ਚੱਲੀ ਜਾ ਰਹੀ ਹੈ ਕਲਮ। ਇਹ ਲੇਖਾ ਲਿਖ ਜਾਣੇ ਕੋਈ ਹੈ ਕੋਈ ਇਸ ਤਰ੍ਹਾਂ ਲੇਖਾ ਲਿਖ ਸਕਦਾ ਹੈ? ਇਹ ਜਿਹਾ ਹੈ ਕੋਈ? ਕਿਵੇਂ ਆਪਾਂ ਇਸ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਛੱਡ ਕੇ ਜਿਹੜਾ ਹੈਗਾ ਹੋਰ ਜਿਹੜੇ ਹੈਗੇ ਸੋ ਕਾਲਡ ਜਿਹੜੇ ਹੈਗੇ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ, ਮਹਾਂਪੁਰਖ ਤੇ ਫਲਾਣੇ ਤੇ ਟਿਮਕੇ। ਹੈ ਪਾਵਰ ਇਸ ਤਰ੍ਹਾਂ ਦੀ ਉਹਨਾਂ ਦੇ ਕੋਲ। ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਦੱਸੋ ਤਾਂ ਸਹੀ ਕਿੰਨਾ ਕੁ ਲੇਖਾ ਹੋਊਗਾ ਭਾਈ। ਲਗਾਤਾਰ ਜਦ ਦੀ ਦੁਨੀਆ ਬਣੀ ਆ ਉਦੋਂ ਦਾ ਲੇਖਾ ਚੱਲ ਰਿਹਾ ਆ, ਔਰ ਲਗਾਤਾਰ ਹੀ ਚੱਲ ਰਿਹਾ, ਔਰ ਸਾਰਿਆਂ ਦਾ ਹੀ ਚੱਲ ਰਿਹਾ ਹੈ। ਔਰ ਹਰੇਕ ਜੂਨ 84 ਲੱਖ ਜੂਨਾਂ, ਔਰ ਉਹਦੇ ਵਿੱਚ ਜਿਹੜੇ ਹੈਗੇ ਇੰਨੇ ਜੀ ਹੈਗੇ ਆ। ਕਿਸ ਤਰ੍ਹਾਂ ਮਾਈਕਰੋ ਆਰਗੈਨਿਜ਼ਮ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਦੇ ਸਾਰੇ, ਸਾਰਿਆਂ ਦਾ ਲੇਖਾ। ਕਮਾਲਿਆ ਜੀ ਕਮਾਲਿਆ। ਦੇਖੋ ਇਹਨੂੰ ਆਪਾਂ ਪਾਠ ਕਰਕੇ ਨਗਾ ਦਿੰਦੇ ਹਾਂ, ਕਿੰਨਾ ਰਹੱਸ ਹੈਗਾ ਇਹਦੇ ਇੱਕ ਇੱਕ ਅੱਖਰ ਦੇ ਵਿੱਚ। ਸਭਨਾ ਲਿਖਿਆ ਬੜੀ ਕਲਾਮ। ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ। ਦੱਸੋ ਕਿੰਨਾ ਕੁ ਹੋ ਜਾਏਗਾ ਲੇਖਾ, ਕਿੰਨੀ ਕੁ ਲਿਖਤ ਹੋ ਜਾਏਗੀ। ਕੀਤਾ ਤਾਣ, ਕਿੰਨੀ ਪਾਵਰ ਆ ਭਾਈ, ਕਿੰਨੀ ਪਾਵਰ ਆ ਮਾਲਕ ਪਰਮਾਤਮਾ ਦੇ ਵਿੱਚ। ਸਵਾਲੇ ਰੂਪ, ਕਿੰਨਾ ਸੋਹਣਾ ਉਹਦਾ ਰੂਪ ਹੈਗਾ ਮਾਲਕ ਪਰਮਾਤਮਾ ਦਾ। ਕੀਤੀ ਦਾਤ ਜਾਣੇ ਕੌਣ ਕੂਤ, ਕਿਹੜਾ ਜਾਣ ਸਕਦਾ ਹੈ, ਕਿਹੜਾ ਕਰ ਸਕਦਾ ਹੈ ਕੈਲਕੂਲੇਸ਼ਨ ਉਸ ਮਾਲਕ ਪਰਮਾਤਮਾ ਦੀ ਦਾਤ ਦੀ। ਦੇਖ ਲਓ ਹਰੇਕ ਨੂੰ ਸਮਾਲ ਮਾਈਕਰੋ ਆਰਗੈਨਿਜ਼ਮ ਤੋਂ ਲੈ ਕੇ ਉੱਪਰ ਜਿਹੜਾ ਹੈਗਾ ਸਾਰੀਆਂ ਕੈਟੇਗਰੀਆਂ ਨੂੰ ਬਰਾਬਰ ਦੇਈ ਜਾ ਰਿਹਾ ਹੈ। ਉਹ ਦਾਤਾ ਕਿਹੜਾ, ਉਹਦੀ ਕੀਤੀ ਦਾਤ ਕਿੰਨੀ ਕੁ ਦਾਤ ਹੈ ਉਹਦੀ, ਖੁੱਟਦੀ ਨਹੀਂ ਹੈ। ਕਿਹੜਾ ਉਹਨੂੰ ਜਾਣ ਸਕਦਾ ਹੈ, ਕਿਹੜਾ ਉਹਦੀ ਕੈਲਕੂਲੇਸ਼ਨ ਕਰ ਸਕਦਾ ਹੈ, ਕਿਹੜਾ ਉਹਦੀ ਗਿਣਤੀ ਮਿਣਤੀ ਕਰ ਸਕਦਾ ਹੈ। ਕੀਤੀ ਦਾਤ ਜਾਣੇ ਕੌਣ, ਕਿਹੜਾ ਜਾਣ ਸਕਦਾ ਹੈ। ਕੂਤ ਕੈਲਕੂਲੇਸ਼ਨ। ਕੀਤਾ ਪਸਾਓ ਏਕੋ ਕਵਾਓ। ਕਮਾਲ ਦੀ ਗੱਲ ਹੈ, ਕਮਾਲ ਦੀ। ਇੱਕ ਹੁਕਮ ਦੇ ਨਾਲ ਇੰਨਾ ਸਾਰੀ ਸ੍ਰਿਸ਼ਟੀ ਮਾਲਕ ਨੇ ਇੰਨੇ ਜੀਵ ਇੰਨੇ ਸਾਰੇ ਪੈਦਾ ਕਰ ਦਿੱਤੇ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਦੇਖ ਲਓ ਕਿੰਨਾ ਲੱਖ ਤਾਂ ਇੱਕ ਜਿਹੜਾ ਹੈਗਾ ਕਾਲੀ ਅੱਖਰ ਹੈਗੇ ਭਾਈ। ਲੱਖ ਵੀ ਲਿਖਤਾ ਤੇ ਇਹ ਵੀ ਜਿਹੜਾ ਹੈਗਾ ਲਿਖਣਾ ਹੈ, ਕਿਉਂਕਿ ਜਿਹੜਾ ਹੈਗਾ ਅੱਖਰਾਂ ਤੋਂ ਬਗੈਰ ਜਿਹੜਾ ਹੈਗਾ ਆਪਣੇ ਤੱਕ ਪਹੁੰਚ ਨਹੀਂ ਸਕਦਾ।
ਉਸ ਤੋਂ ਤਾਂ ਲੱਖਾਂ ਹੀ ਅਣਗਿਣਤ ਪਾਏ। ਅਣਗਿਣਤ ਬੋਲਤਾ ਤਾਂ ਵੀ ਜਿਹੜਾ ਹੈਗਾ ਨਹੀਂ ਆਪਾਂ ਸਹੀ ਡਿਫਾਈਨ ਨਹੀਂ ਕਰ ਪਾਉਂਦੇ ਭਾਈ ਉਹਦੇ ਵਾਸਤੇ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਲੱਖਾਂ ਹੀ ਦਰਿਆ, ਲੱਖਾਂ ਦਰਿਆ ਦਾ ਮਤਲਬ ਸਾਰੀ ਸ੍ਰਿਸ਼ਟੀ ਉਸ ਮਾਲਕ ਪਰਮਾਤਮਾ ਤੋਂ ਪੈਦਾ ਹੋਈ ਆ, ਹੋ ਰਹੀ ਹੈ, ਉਹ ਗਾਹਾਂ ਵੀ ਹੁੰਦੀ ਰਹੂਗੀ। ਕੀਤਾ ਪਸਾਓ ਏਕੋ ਕਵਾਓ ਤਿਸਥੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾਂ ਵਿਚਾਰ। ਮੈਂ ਤੇਰੀ ਕੁਦਰਤ ਨੂੰ ਹੇ ਮੇਰੇ ਮਾਲਕਾ ਮੈਂ ਕਿਸ ਤਰੀਕੇ ਦੇ ਨਾਲ ਵਿਚਾਰ ਕਰ ਸਕਦਾ ਹਾਂ, ਮੈਂ ਕਿਸ ਤਰੀਕੇ ਦੇ ਨਾਲ ਵਿਚਾਰ ਕਰ ਸਕਦਾ ਹਾਂ। ਕੁਦਰਤ ਕਵਣ ਕਹਾਂ, ਮੈਂ ਕੀ ਕਹਿ ਸਕਦਾ ਹਾਂ ਮਾਲਕਾ, ਕੀ ਵਿਚਾਰ ਕਰਾਂ ਮੈਂ ਇਸ ਕੁਦਰਤ ਦੀ ਬਾਰੇ, ਕਿਸ ਤਰ੍ਹਾਂ ਮੈਂ ਕੌਣ ਹੁੰਦਾ ਹੈ ਮਾਲਕਾ, ਮੈਂ ਕੀ ਵਿਚਾਰ ਕਰੂੰਗਾ। ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ। ਹੇ ਮੇਰੇ ਮਾਲਕਾ ਮੈਂ ਤਾਂ ਤੇਰਾ ਹੁਕਮ ਜਿਹੜਾ ਹੈਗਾ ਇੱਕ ਵਾਰੀ ਵੀ ਨਹੀਂ ਕਮਾ ਪਾਉਂਦਾ। ਇਹ ਵਾਰਨੇ ਜਾਣਾ ਕੀ ਹੈਗਾ, ਇਹ ਉਸ ਤਰ੍ਹਾਂ ਥੋੜ੍ਹੀ ਨਾ ਵੀ ਪੁੱਤ ਜਿਹੜਾ ਹੈ ਵਿਆਹ ਕੇ ਆਇਆ ਅਤੇ ਮਾਂ ਜਿਹੜੀ ਪਾਣੀ ਵਾਰਦੀ ਆ, ਤੇਲ ਵਾਰਦੀ ਆ, ਨਾ ਬਈ ਨਾ। ਵਾਰਨਾ ਜਿਹੜਾ ਹੈਗਾ ਆ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਮਾਲਕ ਨੇ ਜਿਹੜਾ ਹੈਗਾ ਇਹ ਕੰਮ ਕਰਨਾ, ਇਹਨੂੰ ਕਹਿੰਦੇ ਵਾਰਨਾ। ਧਰਮ, ਆਪਣਾ ਧਰਮ ਨਿਭਾਉਣਾ। ਵਾਰਿਆ ਨਾ ਜਾਵਾਂ ਇੱਕ ਵਾਰ ਮਾਲਕਾ ਮੈਂ ਤਾਂ ਇੱਕ ਵਾਰੀ ਵੀ ਧਿਆਨ ਸਿਮਰਨ ਨਹੀਂ ਕਰਦਾ। ਜੋ ਤੁਧ ਭਾਵੈ ਸਾਈ ਭਲੀਕਾਰ। ਤੈਨੂੰ ਤਾਂ ਆਹੀ ਪਾਉਂਦੀ ਆ ਮਾਲਕਾ, ਇਹੀ ਭਲੀਕਾਰ ਹੈਗੀ, ਮੈਂ ਤਾਂ ਇਹ ਕਰਦਾ ਹੀ ਨਹੀਂ ਆ। ਤੂੰ ਸਦਾ ਸਲਾਮਤ ਨਿਰੰਕਾਰ। ਮਾਲਕ ਹਮੇਸ਼ਾ ਅਬਨਾਸੀ ਹੈਗਾ, ਉਹ ਆਕਾਰ ਰਹਿਤ ਹੈਗਾ। ਪਰ ਮੇਰੀ ਜਿਹੜੀ ਸਲਾਮ ਜਿਹੜੀ ਹੈਗੀ ਤੈਨੂੰ ਹੀ ਹੈਗੀ ਮਾਲਕਾ। ਮੈਂ ਤਾਂ ਤੇਰੀ ਭਗਤੀ ਕਰੂੰਗਾ, ਮੇਰੀ ਸਲਾਮ ਤੈਨੂੰ ਹੀ ਹੈਗੀ ਆ, ਮੇਰੀ ਸਲਾਮ ਥੱਲੇ ਤੂੰ ਹੀ ਹੈਗਾ ਹੈ। ਅਸੰਖ ਜਪ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਵਾਪਸ ਮਹਾਰਾਜ ਜਿਹੜੇ ਹੈਗੇ ਹੁਣ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹਦਾ ਆਪਾਂ ਨੂੰ ਦੱਸਣ ਲੱਗੇ ਆ ਵੀ ਉਹ ਮਾਲਕ ਪਰਮਾਤਮਾ ਉਹਦੇ ਵਿੱਚ ਉਹਦਾ ਪ੍ਰੋਵੀਜ਼ਨ ਜਿਹੜਾ ਹੈਗਾ, ਉਹਦੀ ਇਹ ਖੇਡ ਜਿਹੜੀ ਹੈਗੀ ਆ, ਇਹ ਸੰਸਾਰ ਜਿੱਥੇ ਤੈਨੂੰ ਭੇਜ ਰਿਹਾ ਆ, ਇਹਦੇ ਵਿੱਚ ਕੀ ਕੀ ਹੋ ਰਿਹਾ ਆ, ਕਿਸ ਤਰ੍ਹਾਂ ਕੀ ਕੀ ਕਰ ਰਹੇ ਲੋਕੀ। ਇਹ ਖੇਡ ਨੂੰ ਡਿਸਟਰਬ ਨਾ ਕਰੀ ਮਿੱਤਰਾ, ਇਹ ਖੇਡ ਨੂੰ ਡਿਸਟਰਬ ਨਾ ਕਰੀ। ਕੋਈ ਨੈਗੇਟਿਵ ਹੈ, ਕੋਈ ਪੋਜ਼ੀਟਿਵ ਹੈ, ਜੋ ਕੋਈ ਕਰਮ ਕਾਂਡ ਕਰ ਰਿਹਾ, ਮੂਰਤੀ ਪੂਜਾ ਕਰ ਰਿਹਾ, ਕੋਈ ਕੁਛ ਕਰ ਰਿਹਾ ਹੈ, ਇਹ ਸਾਰਾ ਦਾ ਸਾਰਾ ਪ੍ਰੋਵੀਜ਼ਨ ਹੈਗਾ ਮਾਲਕ ਪਰਮਾਤਮਾ ਦਾ। ਇਹ ਖੇਡ ਆ ਮਾਲਕ ਪਰਮਾਤਮਾ ਦੀ। ਤੈਨੂੰ ਸਮਝ ਆ ਗਿਆ, ਆਪਣੇ ਉੱਤੇ ਆਪਣੀ ਸਮਝ ਲਗਾ ਲਈ। ਜੇ ਕੋਈ ਠੋਕਰ ਖਾ ਰਿਹਾ ਹੈ ਉਹਨੂੰ ਦੱਸ ਦੇ ਬਸ। ਜੇ ਮੰਨਦਾ ਹੈ ਠੀਕ ਆ, ਨਹੀਂ ਮੰਨਦਾ ਤੇ ਕੋਈ ਪ੍ਰਵਾਹ ਨਹੀਂ। ਅਸੰਖ ਜਪ ਅਸੰਖ ਭਾਵ। ਕਹਿੰਦੇ ਅਸੰਖਾਂ ਹੀ ਜਿਹੜੇ ਹੈਗੇ ਜਪ ਕਰ ਰਹੇ, ਅਸੰਖਾਂ ਹੀ ਜਪ ਹੈਗੇ ਭਾਈ, ਅਸੰਖਾਂ ਹੀ ਜਿਹੜੇ ਹੈਗੇ ਭਾਵ ਹੈਗੇ, ਪਿਆਰ ਭਾਵਨਾ, ਅਸੰਖਾਂ ਹੀ ਭਾਵਨਾ ਦੇ ਉੱਤੇ ਚੱਲ ਰਹੇ ਆ। ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖਾਂ ਹੀ ਜਿਹੜੀਆਂ ਪੂਜਾ ਹੈਗੀਆਂ, ਅਸੰਖਾਂ ਹੀ ਤਪੱਸਿਆਵਾਂ ਹੈਗੀਆਂ। ਅਸੰਖ ਲਿਖਿਆ ਮਹਾਰਾਜ ਨੇ, ਦੇਖ ਲਓ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਹੀ ਹੈਗੇ ਜਿਹੜੇ ਗਿਆਨ ਦਾ, ਵੇਦਾਂ ਦਾ, ਧਾਰਮਿਕ ਜਿਹੜੇ ਹੈਗੇ ਲਿਖਤਾਂ ਦਾ ਪਾਠ ਕਰ ਰਹੇ ਆ। ਅਸੰਖਾਂ ਹੀ ਜਿਹੜੇ ਇਸ ਕੰਮ ਦੇ ਵਿੱਚ ਹੈਗੇ, ਆ ਵੀ ਮਾਲਕ ਦਾ ਪ੍ਰੋਵੀਜ਼ਨ ਹੈਗਾ। ਅਸੰਖ ਜੋਗ ਮਾਨੇ ਰਹੇ ਉਦਾਸ। ਅਸੰਖ ਹੀ ਜੋਗੀ ਹੈਗੇ ਜਿਹੜੇ ਜਿਨ੍ਹਾਂ ਨੂੰ ਸੰਨਿਆਸੀ ਹੋ ਜਾਂਦੇ ਆ, ਉਦਾਸੀ ਆ ਜਾਂਦੀ ਹੈ ਮਾਇਆ ਤੋਂ। ਉਹ ਯੋਗ ਦੇ ਨਾਲ, ਯੋਗ ਸਾਧਨਾ ਦੇ ਨਾਲ ਯੋਗ ਦੇ ਵਿੱਚ ਰਹਿੰਦੇ ਆ, ਮਨ ਦੇ ਵਿੱਚ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖਾਂ ਹੀ ਐਸੇ ਭਗਤ ਹੈ ਜਿਹੜੇ ਗੁਣਾਂ ਨੂੰ, ਗਿਆਨ ਨੂੰ ਵਿਚਾਰਦੇ ਆ। ਅਸੰਖ ਸਤੀ ਅਸੰਖ ਦਾਤਾਰ। ਸਤੀ ਦਾ ਮਤਲਬ ਆ ਬਈ ਜਿਹੜੇ ਦਾਨ ਪੁੰਨ ਕਰਨ ਵਾਲੇ। ਕਹਿੰਦੇ ਅਸੰਖਾਂ ਹੀ ਹੈਗੇ ਦਾਨ ਪੁੰਨ ਕਰਨ ਵਾਲੇ। ਅਸੰਖ ਸਤੀ ਅਸੰਖ ਦਾਤਾਰ। ਅਸੰਖਾਂ ਹੀ ਇਸ ਤਰ੍ਹਾਂ ਦਾਨ ਪੁੰਨ ਕਰਨ ਵਾਲੇ ਦਾਤੇ ਬਣ ਜਾਂਦੇ, ਆਪਣੇ ਆਪ ਨੂੰ ਸਮਝਦੇ ਆ ਮੈਂ ਦਾਤਾ ਹੈਗਾ। ਅਸੰਖ ਸੂਰ ਮੋਹ ਪਾਕਸਾਰ। ਅਸੰਖਾਂ ਹੀ ਯੋਧੇ ਹੈਗੇ ਆ, ਸੂਰਮੇ ਹੈਗੇ ਆ,
ਉਹ ਜਿਹੜੇ ਹੈਗੇ ਆ ਇੰਨਾ ਜਿਹੜਾ ਹੈਗਾ ਸਾਰ ਜਿਹੜਾ ਹੈਗਾ ਲੋਹਾ ਜਿਹੜਾ ਹੈਗਾ ਇਹਨੂੰ ਚੱਬ ਲੈਂਦੇ ਆ। ਭੱਖ ਸਾਰ ਦਾ ਮਤਲਬ ਹੈ ਇੰਨੀ ਸੂਰਮਤਾ ਹੁੰਦੀ ਹੈ ਉਹਨਾਂ ਦੇ ਅੰਦਰ, ਔਖੇ ਤੋਂ ਔਖਾ ਜਿਹੜਾ ਹੈਗਾ ਉਹ ਨਹੀਂ ਘਬਰਾਉਂਦੇ ਵੀਰਤਾ ਦਿਖਾਉਣ ਦੇ ਵਿੱਚ। ਅਸੰਖ ਸੂਰ ਮੋਹ ਭੱਖ ਸਾਰ, ਅਸੰਖ ਮੌਨ ਲਿਵ ਲਾਏ ਤਾਰ। ਅਸੰਖ ਹੀ ਮੌਨੀ ਹੈਗੇ ਜਿਹੜੇ ਲਿਵ ਲਗਾ ਲੈਂਦੇ, ਬੋਲਦੇ ਨਹੀਂ ਕਿਸੇ ਦੇ ਨਾਲ। ਇੱਕ ਤਾਰ ਲਿਵ ਲਗਾਈ ਹੋਈ ਹੈ ਉਹਨਾਂ ਨੇ ਲਗਾਤਾਰ। ਕੁਦਰਤ ਕਵਣ ਕਹਾਂ ਵਿਚਾਰ, ਮੈਂ ਤੇਰੀ ਕੁਦਰਤ ਦਾ ਕਿਸ ਤਰੀਕੇ ਦੇ ਨਾਲ ਕੀ ਵਿਚਾਰ ਕਰ ਸਕਦਾ ਹਾਂ ਮਾਲਕਾ। ਦੇਖੋ ਇਹ ਕਿੰਨਾ ਇੰਪੋਰਟੈਂਟ ਹੈਗੀ ਇਹ ਲਾਈਨ, ਬਾਰ ਆ ਰਹੀ ਹੈ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤਾਂ ਮਾਲਕਾ ਤੇਰਾ ਧਿਆਨ ਸਿਮਰਨ ਜਿਹੜਾ ਹੈਗਾ ਇੱਕ ਵਾਰੀ ਵੀ ਨਹੀਂ ਕਰਦਾ, ਤੇਰੇ ਤੋਂ ਵਾਰਨੇ ਨਹੀਂ ਚਾਹੁੰਦਾ। ਤੇਰਾ ਧਿਆਨ ਸਿਮਰਨ ਕਰਕੇ, ਤੇਰੇ ਹੁਕਮ ਨੂੰ ਮੰਨ ਕੇ, ਤੇਰੀ ਰਜ਼ਾ ਦੇ ਵਿੱਚ ਚੱਲ ਕੇ ਮੈਂ ਤਾਂ ਦੂਜਿਆਂ ਨੂੰ ਸਿੱਧਾ ਕਰਨ ਦੇ ਦੁਆਰੇ ਜਿਹੜਾ ਹੈਗਾ ਲੱਕ ਬੰਨਿਆ ਹੋਇਆ, ਕਮਰ ਕੱਸਾ ਕੀਤਾ ਹੋਇਆ ਹੈ। ਆਪਣੇ ਹਿਸਾਬ ਦੇ ਨਾਲ ਮੈਂ ਦੁਨੀਆ ਚਲਾਉਣੀ ਆ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਜੋ ਤੈਨੂੰ ਚੰਗੀ ਲੱਗਦੀ ਹੈ। ਮਾਲਕ ਨੂੰ ਕੀ ਚੰਗਾ ਲੱਗਦਾ ਹੈ? ਜੋ ਹੋ ਰਿਹਾ ਮਾਲਕ ਨੂੰ ਸਾਰਾ ਚੰਗਾ ਲੱਗਦਾ ਹੈ। ਜੋ ਹੋ ਰਿਹਾ ਸਾਰਾ ਚੰਗਾ ਲੱਗਦਾ ਹੈ ਮਾਲਕ ਨੂੰ। ਜੋ ਤੁਧ ਭਾਵੈ ਸਾਈ ਭਲੀਕਾਰ। ਔਰ ਮਾਲਕ ਨੇ ਆਪਣੇ ਵਾਸਤੇ ਜਿਹੜਾ ਹੈਗਾ ਜਿਹੜੀ ਕਾਰ ਆਪਾਂ ਮਨੁੱਖ ਜੂਨ, ਸਿਰੇ ਦੀ ਜੂਨ, ਸਿਖਰਲੇ ਡੰਡੇ 'ਤੇ ਹੈਗੇ, ਜਿਹੜੀ ਕਾਰ ਮਾਲਕ ਨੇ ਜੋ ਧਰਮ ਆਪਣਾ ਹੈਗਾ ਉਹ ਮਾਲਕ ਨੂੰ ਚੰਗਾ ਲੱਗਦਾ ਹੈ ਜੇ ਆਪਾਂ ਉਸ ਧਰਮ ਨੂੰ ਨਿਭਾਵਾਂਗੇ। ਤੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਹਮੇਸ਼ਾ ਹਮੇਸ਼ਾ ਅਬਨਾਸੀ ਹੈਗਾ ਆ ਔਰ ਆਕਾਰ ਰਹਿਤ ਹੈਗਾ ਆ। ਮੇਰੀ ਤੈਨੂੰ ਹੀ ਸਲਾਮ ਹੈਗੀ ਮਾਲਕਾ। ਆ ਦੂਸਰੀ ਕੈਟੇਗਰੀ ਆ ਗਈ, ਨੈਗੇਟਿविटी वाली कैटेगरी आ गई। असंख मूर्ख अंध घोर, कहते असंख्या ही मूर्ख है मन के पिछे चलन वाले आ और घोर नेरे दे विच है। माया ने उन्होंने पूरा छाया, माया छाई हुई है उन्होंने, बिल्कुल उन्हों का जोड़ा है दृष्टि जी हैगी वो बाधित कर देती है। वो सही रस्ता, सही चोण, सही झूठ सच की परख नहीं कर सकते। असंख मूर्ख अंध घोर, असंख चोर हराम खोर, कहते असंख्या ही जोड़े है आ, असंख्या ही चोर है आ, हराम खोर है। सब तो जोड़ा है आप मनुख जून पा के जोड़ा है जे आप ध्यान सिमरन नहीं करते तो हरामखोरी तो आप सब तो वड्डी हरामखोरी तो आप करते हैं भाई। चोर तो आप हो गए। असंख मूर्ख अंध घोर, असंख चोर हरामखोर। हरामखोरी जिहड़ी हैगी ठगी मारनी, होर जिहड़ा हैगा दूसरे दे जो दूसरे दी लुट खसुट करनी, ये सारी इहदे विच आ जाती है भाई। असंख मूर्ख अंध घोर, असंख चोर हरामखोर, असंख अमर कर जाए जोर। असंख्या ही ऐसे हैगे आ जिहड़े कि अपने अपने रोब दे नाल, अपनी ताकत दे नाल, अपने जोर दे नाल दूसरिਆਂ ਦੇ ਉੱਤੇ तशद्दद ਕਰਦੇ ਆ। असंख गल वड हत्या कमाए, असंख्या ही ਜਿਹੜੇ ਹੈਗੇ देखो दूसरिਆਂ ਦਾ गल ਵੱਢੀ ਜਾਂਦੇ, हत्या कमाई ਜਾਂਦੇ, हत्या करी ਜਾਂਦੇ। असंख पापी पाप कर जाए, असंख्या ही पापी है जिहड़े पाप कर करके जिहड़े मनुखी जून गवा के चले जाते इत्थों। असंख कूड़ियार कूड़े फिराए, असंख ऐसे है जिहड़े कूड़े दे उत्ते ही फिरी जाते हैं, इन्ने कूड़े नूं लाइक करते हैं, इन्नी माया नूं लाइक करते हैं, इन्ना जिहड़ा हैगा वो
ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਤਾਂ ਕੂੜਾ ਹੈਗਾ, ਇਹਦੇ ਨਾਲ ਤਾਂ ਕੁਛ ਜਿਹੜਾ ਹੈਗਾ ਮੇਰੇ ਕੰਮ ਹੀ ਨਹੀਂ ਆਉਣਾ, ਇਹ ਮੇਰੇ ਨਾਲ ਤਾਂ ਜਾਣਾ ਹੀ ਨਹੀਂ ਹੈ। असंख कूड़ियार कूड़े फिराएं, असंख मलेश मल भख खाएं। अनेਕਾਂ ਹੀ ਐਸੇ ਮਲੇਸ਼ ਕਹਿੰਦੇ ਆ ਨੀਚ, ਉਹ ਜਿਹੜੇ ਹੈਗੇ ਮੈਲ ਹੀ ਖਾਈ ਜਾ ਰਹੇ, ਗੰਦਗੀ ਖਾਈ ਜਾ ਰਹੇ, ਸੂਰ ਦੇ ਵਾਂਗੂ। असंख मलेश मल भख खाएं, असंਖ ਨਿੰਦਕ ਸਿਰ ਕਰੇ ਭਾਰ। ਕਹਿੰਦੇ ਅਸੰਖਾਂ ਹੀ ਨਿੰਦਕ ਹੈਗੇ ਭਾਈ, ਨਿੰਦਾ ਕਰ ਕਰਕੇ ਜਿਹੜਾ ਹੈਗਾ ਆਪਣੀ ਗਠੜੀ ਜਿਹੜੀ ਆ ਭਾਰੀ ਕਰੀ ਜਾ ਰਹੇ। ਕਿਸੇ ਨੂੰ ਆਪਾਂ ਕਿਸੇ ਦੇ ਪ੍ਰਤੀ ਨੈਗੇਟਿਵਿਟੀ ਆ ਗਈ, ਸਮਝ ਲਓ ਨਿੰਦਾ ਆਇਆ, ਹੋ ਗਈ ਨਿੰਦਾ ਸ਼ੁਰੂ, ਆਪਣੇ ਅੰਦਰ ਸ਼ੁਰੂ ਹੋ ਗਈ, ਭਾਵੇਂ ਮੂੰਹ ਨਾ ਬੋਲੀਏ ਭਾਵੇਂ ਨਾ ਬੋਲੀਏ, ਕਿਸੇ ਦੇ ਪ੍ਰਤੀ ਨੈਗੇਟਿਵਿਟੀ ਆ ਗਈ, ਬਸ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਨਿੰਦਾ। ਕਿਸੇ ਦੇ ਪ੍ਰਤੀ ਆਪਾਂ ਪੋਜ਼ਿਟਿਵ ਹੈ, ਕਿਸੇ ਦੇ ਪ੍ਰਤੀ ਨੈਗੇਟਿਵ ਹੋ ਜਾਂਦੇ। ਨਿੰਦਾ ਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਪਲੇਟਫਾਰਮ ਤਿਆਰ ਹੋ ਜਾਂਦਾ ਹੈ। असंख निंदक सिर करें पार, नानक नीच कहे विचार। देखो महाराज ਜਿਹੜੇ ਐਸ ਕਤਾਰ ਦੇ ਵਿੱਚ ਖੜੇ ਆ, ਨਾਨਕ ਕੱਕੇ ਨੂੰ ਔਂਕੜ ਲਗਾਇਆ, ਨੀਚ ਨੂੰ ਔਂਕੜ ਲਗਾਇਆ, ਆਪਣੇ ਆਪ ਨੂੰ ਜਿਹੜਾ ਇਸ ਕਤਾਰ ਦੇ ਵਿੱਚ ਜਿਹੜੇ ਕਹਿੰਦੇ ਮੈਂ ਤਾਂ ਆ ਜਿਹੜੀ ਹੈ ਨੈਗੇਟਿਵਿਟੀ ਨੂੰ ਵਿਚਾਰ ਰਿਹਾ ਆ ਮਾਲਕਾ, ਮੈਂ ਕੌਣ ਹੁੰਦਾ ਨੈਗੇਟਿਵਿਟੀ ਵਿਚਾਰਨ ਵਾਲਾ, ਤੇਰੀ ਖੇਡ ਆ। ਨਾਨਕ ਨੀਚ ਕਹੇ ਵਿਚਾਰ। ਆਪਾਂ ਕਿਸ ਤਰ੍ਹਾਂ ਜਿਹੜੇ ਹੈਗੇ ਦੂਸਰੇ ਨੂੰ ਜਿਹੜਾ ਹੈਗਾ ਅਵਗੁਣ ਦੂਸਰੇ ਦੇ ਫੋਲਦੇ ਆ, ਕਿਸ ਤਰੀਕੇ ਦੇ ਨਾਲ, ਕਿਹੜੀ ਅਥਾਰਟੀ ਦੇ ਨਾਲ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਮਾਲਕਾ ਮੈਂ ਤਾਂ ਇੱਕ ਵਾਰੀ ਵੀ ਜਿਹੜਾ ਹੈਗਾ ਨਹੀਂ ਬੈਠਦਾ ਮਾਲਕਾ, ਨਹੀਂ ਧਿਆਨ ਤੇਰੇ ਵੱਲ ਧਿਆਨ ਲਗਾਉਂਦਾ, ਨਹੀਂ ਮੈਂ ਆਪਣਾ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਮੇਰਾ ਧਰਮ ਨਿਭਾਉਂਦਾ ਮੈਂ। ਜੋ ਤੁਧ ਭਾਵੈ ਸਾਈ, ਜੋ ਤੈਨੂੰ ਚੰਗੀ ਲੱਗਦੀ ਹੈ ਮਾਲਕਾ, ਉਹੀ ਭਲੀ ਕਾਰ ਹੈ ਮੇਰੇ ਵਾਸਤੇ, ਜਿਹੜਾ ਹੈਗਾ ਆਹੀ ਹੈਗੀ ਧਿਆਨ ਸਿਮਰਨ, ਇਹ ਤੇਰੀ ਕਾਰ ਹੈ ਮਾਲਕਾ। ਔਰ ਬਾਕੀ ਸ੍ਰਿਸ਼ਟੀ ਦੇ ਵਿੱਚ ਜੋ ਜਿਸ ਤਰ੍ਹਾਂ ਮਾਲਕ ਨੇ ਸ੍ਰਿਸ਼ਟੀ ਬਣਾਈ ਹੋਈ ਆ, ਉਹਦੇ ਨਿਯਮ ਬਣਾਏ ਆ, ਉਹ ਸਾਰੇ ਭਲੇ ਆ ਭਾਈ। ਜਿਵੇਂ ਦਾ ਜਿਹੜਾ ਹੈਗਾ ਪਾਣਾ ਮਾਲਕ ਦਾ ਵਰਤਦਾ ਹੈ ਮੇਰੇ ਵਾਸਤੇ, ਆਪਣੇ ਵਾਸਤੇ, ਹਰੇਕ ਦੇ ਵਾਸਤੇ ਜੋ ਹੋ ਰਿਹਾ ਹੈ ਉਹੀ ਭਲਾ ਹੈਗਾ, ਉਹੀ ਮਾਲਕ ਨੂੰ ਪਾਉਂਦਾ ਆ, ਉਹੀ ਹੁੰਦਾ ਹੈ। ਤੂੰ ਸਦਾ ਸਲਾਮ ਤੇ ਨਿਰੰਕਾਰ, ਇਹ ਨਿਰੰਕਾਰ ਆਕਾਰ ਹੈ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਹਮੇਸ਼ਾ ਅਬਨਾਸੀ ਹੈਗਾ, ਔਰ ਉਸੇ ਦੀ ਬੰਦਗੀ ਉਸੇ ਦੀ ਭਗਤੀ ਕਰਨੀ ਬਣਦੀ ਹੈ, ਫੱਬਦੀ। ਤੀਸਰੀ ਹੁਣ ਆਪਾਂ ਨੂੰ ਤੀਸਰੀ ਕੈਟੇਗਰੀ ਗਿਆਨ ਦੱਸ ਰਿਹਾ, ਤੀਸਰੇ ਉਹਦੇ ਵਿੱਚ ਮਾਲਕ ਪਰਮਾਤਮਾ ਦੀ ਖੇਡ ਦੇ ਬਾਰੇ। ਅਸੰਖ ਨਾਮ ਅਸੰਖ ਥਾਮ, ਕਹਿੰਦੇ ਸ੍ਰਿਸ਼ਟੀ ਇਹ ਦੁਨੀਆ ਜਿਹੜੀ ਹੈਗੀ ਅਸੰਖਾਂ ਹੀ ਨਾਮ ਹੈਗੇ, ਇਹਦੇ ਵਿੱਚ ਕਿੰਨੇ ਕੈਟੇਗਰੀਆਂ ਹੈਗੀਆਂ, ਉਹਨਾਂ ਦੇ ਅਲੱਗ-ਅਲੱਗ ਨਾਮ ਹੈਗੇ, ਜਗਤ ਸਥਾਨ ਕਿੰਨੇ ਹੈਗੇ ਉਹਨਾਂ ਦੇ ਨਾਮ ਹੈਗੇ। ਅਸੰਖ ਨਾਮ ਅਸੰਖ ਥਾਮ, ਅਗਮ ਅਸੰਖ ਲੋ, ਕਹਿੰਦੇ ਅਪਹੁੰਚ ਇੰਦਰੀਆਂ ਦੀ ਪਹੁੰਚ ਤੋਂ ਪਰੇ। ਅਸੰਖ ਲੋ, ਕਹਿੰਦੇ ਇੰਨੇ ਲੋ ਹੈਗੇ ਆ, ਇੰਨੇ ਲੋਕ ਹੈਗੇ ਆ, ਅਸੰਖਾਂ ਹੀ ਹੈਗੇ, ਉਹਦੇ ਵਿੱਚ ਵਸਣ ਵਾਲੇ ਵੀ ਅਸੰਖਾਂ ਹੀ ਹੈਗੇ। ਅਸੰਖ ਕਹੇ ਸਿਰ ਭਾਰ ਹੋਏ, ਕਹਿੰਦੇ ਅਸੰਖ ਕਹਿ ਦਿੱਤਾ ਨਾ ਤਾਂ ਵੀ ਜਿਹੜਾ ਹੈਗਾ ਭਾਰ ਆ ਜਾਏਗਾ ਭਾਈ, ਤਾਂ ਵੀ ਆਪਾਂ ਗਲਤ ਬੋਲ ਗਏ। ਅਸੰਖ ਵਰਡ ਵੀ ਨਹੀਂ ਉੱਥੇ ਸੂਟ ਕਰਦਾ ਉਸ ਮਾਲਕ ਪਰਮਾਤਮਾ ਦੀ ਖੇਡ ਦੇ ਵਿੱਚ। ਅਸੰਖ ਕਹੇ ਸਿਰ ਭਾਰ ਹੋਏ, ਪਰ ਆਖਰੀ ਨਾਮ ਆਖਰੀ ਸਲਾਹ, ਕਹਿੰਦੇ ਨਾਮ ਜਿਹੜਾ ਹੈਗਾ ਅੱਖਰਾਂ ਦੇ ਨਾਲ ਹੀ ਨਾਮ ਬੋਲਿਆ ਜਾ ਸਕਦਾ ਹੈ ਭਾਈ, ਅੱਖਰਾਂ ਦੇ ਵਿੱਚ ਹੀ ਨਾਮ ਆ ਸਕਦਾ ਹੈ, ਅੱਖਰਾਂ ਦੇ ਵਿੱਚ ਹੀ ਉਹਦੀ ਸਿਫਤ ਸਲਾਹ ਹੋ ਸਕਦੀ ਹੈ ਉਸ ਨਿਰੰਕਾਰ ਦੀ। ਸਟਾਰਟਿੰਗ ਤਾਂ ਇੱਥੋਂ ਹੀ ਕਰਨੀ ਪੈਣੀ ਹੈ। ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਵਿੱਚ ਵੀ ਵਿੱਚ ਹੀ ਗਿਆਨ ਦਿੱਤਾ ਜਾ ਸਕਦਾ ਹੈ, ਗਿਆਨ ਆ ਸਕਦਾ ਹੈ, ਗੀਤ ਜਿਹੜੇ ਹੈਗੇ
ਗੁਣ ਜਿਹੜੇ ਆ ਪਰਮਾਤਮਾ ਦੇ ਸਿਰਫ ਸਲਾਹ ਅੱਖਰਾਂ ਦੇ ਵਿੱਚ ਹੀ ਹੋ ਸਕਦੀ ਹੈ। ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਦੇ ਵਿੱਚ ਲਿਖਤ ਹੋ ਸਕਦੀ ਆ, ਬੋਲੀ ਹੋ ਸਕਦੀ ਆ, ਬਾਣੀ ਹੋ ਸਕਦੀ ਆ। ਅੱਖਰਾਂ ਸਿਰੇ ਸੰਜੋਗ ਵਖਾਣ, ਇੱਥੇ ਨੁਕਤਾ ਦੇ ਰਹੇ ਮਹਾਰਾਜ, ਕਹਿੰਦੇ ਅੱਖਰਾਂ ਦੇ ਵਿੱਚ ਜਿਹੜੇ ਹੈਗੇ ਆ ਸਭ ਤੋਂ ਸਿਰੇ ਦਾ ਕੀ ਗਿਆਨ ਹੈਗਾ, ਸੰਜੋਗ ਹੈਗੇ ਭਾਈ। ਜੇ ਕਿਤੇ ਉਹ ਮਾਲਕ ਪਰਮਾਤਮਾ ਦੀ ਭਗਤੀ ਕਰਨ ਦਾ ਆਪਾਂ ਨੂੰ ਚਾਂਸ ਮਿਲ ਜਾਏ ਤੇ ਅੱਖਰਾਂ ਸਿਰ ਸੰਜੋਗ ਵਖਾਣ, ਜੇ ਆਹ ਸੰਜੋਗ ਪੈਦਾ ਹੋ ਜਾਏ ਤੇ ਇਹ ਹੈਗਾ ਭਾਈ ਆਪਣੇ ਅੰਦਰ ਜਿਹੜੀ ਹੈਗੀ ਆ ਸੱਚ ਦਾ ਨਿਸ਼ਾਨ। ਅੱਖਰਾਂ ਸਿਰ ਇੱਕ ਸੈਕਿੰਡ ਜੀ, ਅੱਖਰਾਂ ਸਿਰ ਸੰਜੋਗ ਵਖਾਣ, ਜੇ ਭਗਤੀ ਮਿਲ ਜਾਏ ਤੇ ਸਿਰੇ ਦਾ ਹੈ ਸੰਜੋਗ ਭਾਈ, ਸਭ ਤੋਂ ਉੱਪਰਲੀ ਕਿਸਮਤ ਆ। ਜਿਨੇ ਲਿਖੇ ਤਿਸ ਸਿਰ ਨਾਹੀਂ, ਪਰ ਭਾਈ ਇਹ ਅੱਖਰ ਜਿਹੜੇ ਹੈਗੇ, ਇਹ ਲਿਖਤ ਜਿਹੜੀ ਹੈਗੀ ਆ, ਇਹ ਉਸ ਮਾਲਕ ਪਰਮਾਤਮਾ ਇਸ ਤੋਂ ਉੱਪਰ ਹੈਗਾ ਭਾਈ। ਇਹ ਅੱਖਰਾਂ ਤੋਂ ਉੱਪਰ ਹੈਗਾ ਉਹ ਮਾਲਕ ਪਰਮਾਤਮਾ। ਉਹ ਤਾਂ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਅੱਖਰਾਂ ਤੋਂ ਉੱਪਰ ਆ ਮਾਲਕ ਪਰਮਾਤਮਾ। ਜਿਨੇ ਲਿਖੇ ਤਿਸ ਸਿਰ ਨਾਹੀਂ, ਜਿਵ ਫਰਮਾਏ ਤਿਵ ਤਿਵ ਪਾਹੇ। ਜਿਸ ਤਰ੍ਹਾਂ ਮਾਲਕ ਦਾ ਹੁਕਮ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਰੀ ਸ੍ਰਿਸ਼ਟੀ ਦੇ ਜੀਵ ਜਿਹੜੀ ਹੈ ਦਾਤ ਮਿਲਦੀ ਹੈ ਭਾਈ। ਇਹ ਸੰਜੋਗ ਬਣਦਾ ਹੈ, ਇਹ ਧਿਆਨ ਸਿਮਰਨ ਦਾ, ਪ੍ਰੇਮਾ ਭਗਤੀ ਦਾ ਸੰਜੋਗ ਉਸ ਮਾਲਕ ਪਰਮਾਤਮਾ ਦੇ ਹੁਕਮ ਦੇ ਦੁਆਰਾ। ਜੇਤਾ ਕੀਤਾ ਤੇਤਾ ਨਾਉ, ਜਿੰਨੀ ਵੀ ਸ੍ਰਿਸ਼ਟੀ ਮਾਲਕ ਪਰਮਾਤਮਾ ਨੇ ਬਣਾਈ ਹੋਈ ਆ ਉਹ ਨਾਮ ਦੇ ਦੁਆਰਾ ਹੀ ਬਣਾਈ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਮੈ ਨਾਹੀ ਕੋ ਥਾਉ। ਔਰ ਨਾਮ ਤੋਂ ਬਗੈਰ ਕੋਈ ਜਗ੍ਹਾ ਨਹੀਂ ਹੈਗੀ ਹੈ ਭਾਈ। ਨਾਮ ਹਰ ਜਗ੍ਹਾ ਤੇ ਹੈਗਾ, ਨਾਮੀ ਹਰ ਜਗ੍ਹਾ ਤੇ ਹੈਗਾ। ਨਾਮੀ ਦੇ ਵਿੱਚ ਯਾਤਰਾ ਹੋ ਰਹੀ ਹੈ। ਨਾਮੀ ਔਰ ਨਾਮ ਅਭੇਦ ਹੈਗੇ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਕਹਿੰਦੇ ਤੇਰੀ ਕੁਦਰਤ ਦਾ ਮੈਂ ਕਿਸ ਤਰ੍ਹਾਂ ਵਿਚਾਰ ਕਰ ਸਕਦਾ ਹਾਂ ਮਾਲਕਾ। ਮੈਂ ਕੌਣ ਹੁੰਦਾ ਤੇਰੀ ਕੁਦਰਤ ਦਾ ਵਿਚਾਰ ਕਰਨ ਵਾਲਾ। ਮੈਂ ਤਾਂ ਇੱਕ ਵਾਰੀ ਵੀ ਤੇਰੇ ਤੋਂ ਵਾਰਿਆ ਨਹੀਂ ਜਾ ਸਕਦਾ। ਮੈਂ ਤਾਂ ਇੱਕ ਵਾਰੀ ਵੀ ਤੇਰੀ ਜਿਹੜੀ ਹੈਗੀ ਜੋ ਤੈਨੂੰ ਪਾਉਂਦੀ ਹੈ ਉਹ ਕਾਰ ਨਹੀਂ ਕਰ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਪਰ ਜਿਹੜੀ ਤੈਨੂੰ ਪਾਉਂਦੀ ਹੈ ਉਹੀ ਭਲੀ ਕਾਰ ਆ ਮਾਲਕਾ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਹਮੇਸ਼ਾ ਰਹਿਣ ਵਾਲਾ ਆ, ਆਕਾਰ ਰਹਿਤ ਹੈਗਾ ਆ, ਔਰ ਆਕਾਰ ਦੇ ਵਿੱਚ ਵੀ ਤੂੰ ਹੀ ਹੈਗਾ ਆ। ਔਰ ਤੇਰੀ ਭਗਤੀ ਕਰਨੀ ਜਿਹੜੀ ਹੈਗੀ ਫਬਦੀ ਹੈਗੀ। ਇਹ ਦੇਖ ਲਓ ਪੂਰੀ ਦੀ ਪੂਰੀ ਜਿਹੜੀ ਹੈਗੀ ਮਾਲਕ ਪਰਮਾਤਮਾ ਦੀ ਮਹਾਰਾਜ ਨੇ ਸਾਰਾ ਨੈਗੇਟਿਵਿਟੀ, ਪੋਜ਼ਿਟਿਵਿਟੀ, ਕਰਮ ਕਾਂਡ ਸਭ ਕੁਛ ਜਿਹੜਾ ਹੈਗਾ ਉਸ ਮਾਲਕ ਦੀ ਪ੍ਰੋਵੀਜ਼ਨ ਦੇ ਵਿੱਚ ਹੈਗਾ। ਹੁਣ ਇਸ ਤੋਂ ਬਾਅਦ ਮਹਾਰਾਜ ਕਹਿੰਦੇ ਆ ਦੇਖ ਹੁਣ ਮੈਂ ਤੈਨੂੰ ਇਸ ਦੁਨੀਆ ਦੇ ਵਿੱਚ ਭੇਜ ਰਿਹਾ ਆ। ਮੈਂ ਤੈਨੂੰ ਦੁਨੀਆ ਦੇ ਬਾਰੇ ਜਾਣਕਾਰੀ ਦੇ ਦਿੱਤੀ ਵੀ ਕਿਸ ਤਰ੍ਹਾਂ ਦੇ ਹੈਗੀ ਇੱਥੇ, ਕੀ ਕੁਛ ਹੈਗਾ, ਕੀ ਚੱਲਣਾ ਇੱਥੇ। ਇੱਥੇ ਪਾਪ ਵੀ ਹੋਣੇ ਆ, ਪੁੰਨ ਵੀ ਹੋਣੇ ਆ, ਸਾਰਾ ਕੁਛ ਇੱਥੇ ਹੋਣਾ ਹੈ। ਸੂਰਬੀਰਤਾ ਵੀ ਦਿਖਣੀ ਹੈ ਇੱਥੇ, ਸਾਰਾ ਕੁਛ ਇੱਥੇ ਚੱਲਣਾ ਹੈ ਭਾਈ। ਉਸ ਧਰਤੀ ਤੇ ਤੈਨੂੰ ਮੈਂ ਭੇਜ ਰਿਹਾ। ਔਰ ਉੱਥੇ ਜਿਹੜੇ ਹੈਗੇ ਸਾਰੇ ਸਵਾਦ ਪਏ ਹੋਏ ਆ, ਰਸ ਕਸ ਪਏ ਹੋਏ ਆ। ਆ ਤੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਮੈਟਰ ਦੇ ਨਾਲ ਖਿੱਚ ਪਾਉਣੀ ਹੈ ਇਹਨਾਂ ਨੇ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮੈਂ ਉਸ ਮਾਇਆ ਦੇ ਵਿੱਚ ਤੈਨੂੰ ਭੇਜ ਰਿਹਾ ਆ। ਇਹ ਮਾਇਆ ਮੇਰੀ ਬਣਾਈ ਹੋਈ ਆ ਔਰ ਮੈਂ ਤੈਨੂੰ ਉੱਥੇ ਜਿਹੜਾ ਹੈਗਾ ਟੈਸਟ ਵਾਸਤੇ ਜਿਹੜਾ ਹੈਗਾ ਤੈਨੂੰ ਮੈਂ ਭੇਜ ਰਿਹਾ। ਇਹ ਖੇਡ ਦੇ ਵਾਸਤੇ ਮੇਰੀ ਖੇਡ ਹੈਗੀ, ਉਹਦੇ ਵਿੱਚ ਤੈਨੂੰ ਮੈਂ, ਤੇਰਾ ਵੀ ਨੰਬਰ ਲੱਗਿਆ ਹੋਇਆ ਭਾਈ। ਤੂੰ ਵੀ
ਐਗਜ਼ਾਮ ਦੇ ਵਿੱਚ ਹੈਗਾ ਹੈ। ਤੈਨੂੰ ਜਿਹੜਾ ਸਭ ਤੋਂ ਸਿਰੇ ਦੀ ਜੂਨ ਮਿਲੀ ਆ, ਹੁਣ ਤੂੰ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਆਪਣੀ ਕਲਾਕਾਰੀ ਦਿਖਾ ਕੇ ਜਿਹੜੀ ਹੈਗੀ ਆ ਸਕਦਾ ਹੈ, ਬਾਹਰ ਨਿਕਲ ਸਕਦਾ ਹੈ। ਜੇ ਤੂੰ ਗਾਈਡ ਤੋਂ, ਗੁਰੂ ਗਾਈਡ ਤੋਂ, ਬ੍ਰਹਮ ਗਿਆਨੀਆਂ ਤੋਂ ਬ੍ਰਹਮ ਗਿਆਨ ਲੈ ਲੇਗਾ ਤੇ ਇਸ ਖੇਡ ਨੂੰ, ਇਸ ਰਿੰਗ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜੇ ਤੂੰ ਸਹੀ ਤਰੀਕੇ ਨਾਲ ਖੇਡ ਕੇ ਤੇ ਜਿੱਤ ਸਕੇਗਾ। ਪਰ ਇਹ ਹੱਥ ਪੈਰ ਤਨ ਦੇ, ਦੇਖ ਲਾ ਪਿਆਰਿਆ, ਇਸ ਸੰਸਾਰ ਦੇ ਵਿੱਚ ਭੇਜ ਰਿਹਾ ਮੈਂ ਤੈਨੂੰ, ਇੱਥੇ ਮੈਲ ਜਿਹੜੀ ਹੈਗੀ ਆ ਉਹਦੇ ਨਾਲ ਤੇਰਾ ਮਨ ਜਿਹੜਾ ਹੈਗਾ ਭਰ ਜਾਣਾ। ਜਿਵੇਂ ਕਿ ਹੱਥ ਔਰ ਪੈਰ ਜਿਹੜੇ ਹੈਗੇ, ਬਾਹਰ ਆਪਾਂ ਜਾਂਦੇ ਆ ਤੇ ਦੇਖ ਲਓ ਆਪਣੇ ਹੱਥ ਪੈਰ ਆਟੋਮੈਟਿਕਲੀ ਆ ਕੇ ਮੈਲ ਜੰਮ ਜਾਂਦੀ ਹੈ, ਭਰ ਜਾਂਦੇ ਹੱਥ ਪੈਰ ਤਨ ਦੇ, ਸਾਰੀ ਸਰੀਰ ਮੈਲ ਨਾਲ, ਤੇ ਆਪਾਂ ਨੂੰ ਨਹਾਉਣਾ ਪੈਂਦਾ ਹੈ, ਆਪਾਂ ਨੂੰ ਧੋਣੀ ਪੈਂਦੀ ਹੈ ਮੈਲ। ਇਸੇ ਤਰੀਕੇ ਦੇ ਨਾਲ ਆਪਾਂ ਦੁਨੀਆ ਦੇ ਵਿੱਚ ਹੈਗੇ ਆ। ਇੱਥੇ ਦੁਨੀਆ ਦੇ ਵਿੱਚ ਵਿਸ਼ੇ ਵਿਕਾਰਾਂ ਦੀ, ਸਵਾਦਾਂ ਦੀ ਸਾਰੀ ਮਾਇਆ ਜੋੜੀ ਹੈ, ਜਿਹੜੇ ਚੋਗਾ ਲੈ ਕੇ ਬੈਠੀ ਹੋਈ ਆ, ਇਹ ਚੋਗਾ ਜਿਹੜਾ ਖਿਲ ਰਿਹਾ ਹੋਇਆ ਸਾਰਾ, ਇਹਦੀ ਮੈਲ ਆਪਾਂ ਨੂੰ ਲੱਗਣੀ ਲਾਜ਼ਮੀ ਹੈਗੀ। ਇਹੀ ਖੇਡ ਹੈਗੀ, ਇਹੀ ਨਿਯਮ ਹੈਗਾ ਮਾਲਕ ਪਰਮਾਤਮਾ ਦਾ। ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ, ਕਹਿੰਦੇ ਪਾਣੀ ਦੇ ਨਾਲ ਧੋਣ ਦੇ ਨਾਲ ਤੇਰੇ ਸਰੀਰ ਦੀ ਮੈਲ ਜਿਹੜੀ ਹੈ, ਖੇ ਜਿਹੜੀ ਹੈਗੀ ਉਤਰ ਜਾਏਗੀ। ਹੈ ਉਹਦਾ ਸੋਲੂਸ਼ਨ, ਮੈਲ ਲੱਗੂਗੀ ਤੇ ਉਤਰ ਜਾਏਗੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਓ ਥੋਏ, ਕੱਪੜਾ ਜਿਹੜਾ ਹੈ ਮੂਤ ਪਲੀਤ ਦੇ ਨਾਲ ਗੰਦਾ ਹੋ ਜਾਂਦਾ ਹੈ, ਕਹਿੰਦੇ ਉਹਨੂੰ ਸਾਬਣ ਲਾ ਕੇ ਧੋ ਲਓ, ਸਾਫ਼ ਹੋ ਜਾਂਦਾ ਹੈ। ਫਿਰ ਉਹਦੀ ਮੈਲ ਉਤਰ ਜਾਂਦੀ ਆ। ਉਹਦਾ ਪ੍ਰੋਵੀਜ਼ਨ ਹੈਗਾ, ਮੈਲ ਲਾਉਣ ਦਾ ਵੀ ਹੈਗਾ ਤੇ ਉਤਾਰਨ ਦਾ ਵੀ ਪ੍ਰੋਵੀਜ਼ਨ ਹੈਗਾ। ਪਰ ਇਹ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਨਾਵਾ ਕੇ ਰੰਗ। ਦੇਖ ਲਾ ਹੁਣ ਮੱਤ ਜਿਹੜੀ ਹੈਗੀ, ਤੇਰਾ ਅੰਦਰ ਜਿਹੜੀ ਕਾਲਕ ਜਿਹੜੀ ਹੈਗੀ ਆ, ਤੇਰਾ ਮਨ ਕਾਲਾ ਹੋ ਜਾਏਗਾ। ਉਹ ਮੈਲ ਜਿਹੜੀ ਹੈਗੀ ਆ ਭਰਨੀ ਆ, ਲੱਗਣੀ ਆ, ਲਾਜ਼ਮੀ ਹੈਗੀ ਆ। ਪਾਪਾਂ ਦੇ ਨਾਲ ਮੈਲਾ ਹੋਏਗਾ ਹੀ ਹੋਏਗਾ, ਕਿਉਂਕਿ ਮਨ ਨੇ ਜਿਹੜਾ ਹੈਗਾ, ਮਨ ਦਾ ਕੰਟਰੋਲ ਹੈਗਾ, ਮਨ ਦੀ ਚੱਲਣੀ ਹੈਗੀ। ਔਰ ਮਨ ਨੇ ਜਿਹੜਾ ਹੈਗਾ, ਮਨ ਨੇ ਖਿੱਚਾ ਮਨ ਨੂੰ ਇੱਕ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੇ ਨਾਲ ਬਾਹਰ ਸਵਾਦਾਂ ਦਾ ਚੋਗੇ ਦੀਆਂ ਖਿੱਚਾ ਪਾਉਣੀਆਂ। ਪਰ ਇਹ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਨਾਵਾ ਕੇ ਰੰਗ। ਉਹ ਨਾਮ ਦੇ ਰੰਗ ਦੇ ਨਾਲ ਧੋਤੀ ਜਾ ਸਕਦੀ ਹੈ ਮਿੱਤਰਾ। ਹੋਰ ਕੋਈ ਸਾਬਣ ਨਹੀਂ ਕਾਰਗਰ ਉਸ ਦੇ ਉੱਤੇ, ਕੋਈ ਸਾਬਣ ਨਹੀਂ ਬਣਿਆ, ਕੋਈ ਸਾਬਣ ਨਹੀਂ ਬਣਿਆ। ਬਣਾਉਣ ਵਾਲਾ ਮਾਲਕ ਪਰਮਾਤਮਾ ਆਏਗਾ। ਉਹ ਕਹਿੰਦਾ ਮੈਂ ਨਹੀਂ ਬਣਾਇਆ ਪਾਏ। ਇਹ ਬ੍ਰਹਮ ਗਿਆਨੀ ਜਿਹੜੇ ਸੋ ਕਾਲਡ ਜਿਹੜੇ ਹੈਗੇ ਆ, ਮਹਾਂਪੁਰਖ ਜਿਹੜੇ ਹੈਗੇ, ਪਤਾ ਨਹੀਂ ਕਿਹੜੇ ਕਿਸ ਤਰੀਕੇ ਦੇ ਜਿਹੜੇ ਹੈਗੇ ਧੋਖਾ ਦੇ ਰਹੇ ਆ ਪਾਏ। ਜਿਹੜਾ ਇਨਸਾਨ ਟੈਸਟ, ਸਭ ਤੋਂ ਪਹਿਲਾ ਟੈਸਟ ਇਹੀ ਟੈਸਟ ਹੈਗਾ। ਕਿਤੇ ਵੀ ਆਪਾਂ ਕਿਸੇ ਵੀ ਕਲਟ ਦੇ ਨਾਲ, ਕਿਸੇ ਵੀ ਡੇਰੇ ਦੇ ਨਾਲ, ਕਿਸੇ ਦੇ ਨਾਲ ਵੀ ਜੁੜੇ ਹੋਏ, ਜੇ ਉਹ ਮਾਲਕ ਪਰਮਾਤਮਾ ਦੀ ਭਗਤੀ, ਧਿਆਨ, ਸਿਮਰਨ ਕਰਨ ਵਾਸਤੇ ਜਿਹੜਾ ਹੈਗਾ ਦੱਸਦੇ ਆ, ਤੇ ਭਾਈ ਜੁੜੇ ਰਹੋ, ਵਧੀਆ ਹੈਗਾ। ਜੇ ਜਿਹੜੇ ਹੈਗੇ ਆਪਣੇ ਨਾਲ ਜੋੜਦੇ ਆ, ਹੋਰ ਕਰਮ ਕਾਂਡ ਕਰਾਉਂਦੇ ਆ, ਫਿਰ ਤਾਂ ਭਾਈ ਦੇਖੋ ਇਹ ਸਰੀਰ ਆਪਣਾ, ਇਹ ਜੂਨ ਆਪਣੀ ਹੈਗੀ, ਲੇਖਾ ਆਪਣਾ ਹੈਗਾ। ਕਾਹਦੇ ਵਾਸਤੇ ਜਿਹੜਾ ਹੈਗਾ ਬੇਵਕੂਫ ਬਣ ਰਹੇ ਆਪਾਂ। ਪਰ ਇਹ ਮਤ ਪਾਪਾਂ ਕੇ ਸੰਗੇ, ਉਹ ਤੋਂ ਪਹਿਨਾਵਾ ਕੇ ਰੰਗ। ਨਾਮ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਹੀ ਧੋਤੀ ਜਾਣੀ ਹੈ ਪਿਆਰਿਓ। ਹੋਰ ਕੋਈ ਚਾਰਾ ਹੀ ਨਹੀਂ ਹੈਗੀ। ਇਹ ਤਾਂ ਮੈਲ ਵਿਚਾਰਾਂ ਦੀ ਹੈਗੀ। ਇਹ ਵਿਚਾਰਾਂ ਦੇ ਦੁਆਰਾ ਆਉਂਦੀ ਹੈ। ਇਹ ਚਿੱਤ ਦੇ ਉੱਤੇ, ਮਨ ਦੇ ਉੱਤੇ ਵਿਚਾਰ ਆਉਂਦਾ ਹੈ ਪਹਿਲਾਂ, ਵਿਚਾਰ ਦੇ ਨਾਲ ਫਿਰ ਜਿਹੜਾ ਹੈਗਾ ਉਹ ਸਾਕਾਰ ਹੁੰਦਾ ਹੈ ਭਾਈ। ਫਿਰ ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਲੱਗ ਜਾਂਦੀਆਂ ਉਹਨੂੰ ਪੂਰਾ ਕਰਨ ਦੇ ਵਾਸਤੇ, ਹੁੱਕ ਐਂਡ ਕਰੁੱਕ। ਪਰ ਇਹ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਨਾਵਾ ਕੇ ਰੰਗ। ਉਹ ਜਿਹੜਾ ਹੈਗਾ ਉਹ ਜਿਹੜੀ ਆਪਣੇ ਅੰਦਰ ਜਿਹੜੀ ਆ ਲੀਹਾਂ ਬਣੀਆਂ, ਸੰਸਕਾਰ ਬਣੇ, ਹਾਰਡ ਡਰਾਈਵ ਹੈਗੀ ਪੂਰੀ ਦੀ ਪੂਰੀ ਜਿਹੜੀ ਹੈਗੀ, ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਲੱਗੀ ਹੋਈ ਆ। ਉਹ ਮੈਲ ਜਿਹੜੀ ਹੈਗੀ ਆ ਉੱਥੋਂ ਵਿਚਾਰ ਉੱਠਦੇ ਆ। ਔਰ ਉਹ ਮੈਲ ਜਦ ਤੱਕ ਆਪਾਂ ਲਾਉਂਦੇ ਨਹੀਂ ਆ, ਉਹਨੂੰ ਜਿਹੜਾ ਉਹਨੂੰ ਰੀਸੈਟ ਨਹੀਂ ਕਰਦੇ ਡਰਾਈਵ ਨੂੰ, ਤਦ ਤੱਕ ਤਾਂ ਗੱਲ ਬਣਨੀ ਨਹੀਂ, ਤਦ ਤੱਕ ਤਾਂ ਵਿਚਾਰ ਆ ਹੀ ਜਾਣੇ ਆ ਉੱਥੋਂ।
ਇਸ ਜਨਮ ਦੇ ਜਿਹੜੇ ਹੈਗੇ ਜਦ ਤੋਂ ਦੇਖੋ ਪਿਛਲੀਆਂ ਸੰਸਕਾਰ ਹੈਗੇ ਆਪਣੇ ਬਣੇ ਹੋਏ, ਉਹਦੀਆਂ ਫਿਲਮਾਂ ਨਹੀਂ ਹੈਗੀਆਂ, ਉਹਦੇ ਜਿਹੜੇ ਵੀਡੀਓਜ਼ ਨਹੀਂ ਹੈਗੇ, ਪਿਛਲੇ ਜਨਮਾਂ ਦੇ ਸੰਸਕਾਰ ਹੈਗੇ, ਲੀਹਾਂ ਬਣੀਆਂ ਹੋਈਆਂ। ਇਸ ਜਨਮ ਦੇ ਵੀਡੀਓਜ਼ ਤੇ ਫਿਲਮਾਂ ਹੈਗੀਆਂ ਆਪਣੀਆਂ, ਜਦ ਦੇ ਆਪਾਂ ਪੈਦਾ ਹੋਏ ਆ ਉਦੋਂ ਦੇ ਜਿਹੜੇ ਹੈਗੇ ਆਪਾਂ ਨੇ ਜੋ ਕੁਛ ਵੀ ਅੱਖਾਂ ਦੇਖ ਲੈਂਦੀਆਂ ਹੈ ਉਸੇ ਟਾਈਮ ਜਿਹੜਾ ਹੈਗਾ ਅੰਦਰ ਹੈ ਜਿਹੜੀ ਹਾਰਡ ਡਰਾਈਵ ਹੈਗੀ ਮਾਲਕ ਪਰਮਾਤਮਾ ਦੀ, ਬਹੁਤ ਡਾਟਾ ਹੈਗਾ ਉਹਦਾ, ਸਟੋਰੇਜ ਕੈਪੈਸਿਟੀ ਫੁੱਲ ਬੜਾ ਫੁੱਲ। ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਮੈ ਕੈ ਰੰਗ, ਨਾਮ ਦੇ ਦੁਆਰਾ ਹੀ ਧੋਤੀ ਜਾਣੀ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਹਿੰਦੇ ਖਾਲੀ ਗੱਲਾਂ ਬਾਤਾਂ ਦੇ ਨਾਲ ਥੋੜੀ ਨਾ ਹੁੰਦਾ ਹੈ। ਪਾਪ ਦੀ ਗੱਲ ਕਰ ਲਈ, ਪੁੰਨ ਦੀ ਗੱਲ ਕਰ ਲਈ, ਆਖ ਲਿਆ, ਬੋਲ ਲਿਆ, ਇਸ ਗੱਲਾਂ ਦੇ ਨਾਲ ਥੋੜੀ ਨਾ ਹੁੰਦਾ ਹੈ। ਕਰ ਕਰ ਕਰਨਾ ਲਿਖ ਲੈ ਜਾਓ, ਐਕਸ਼ਨ ਜੋ ਕਰ ਰਿਹਾ ਹੈ ਪਿਆਰਿਆ, ਮਨ ਬਚ ਕਰਮ, ਤਿੰਨਾਂ ਦੇ ਵਿੱਚ ਤੇਰੇ ਮਨ 'ਚ ਕੀ ਚੱਲ ਰਿਹਾ, ਤੇਰੇ ਬਚਨਾਂ 'ਚ ਕੀ ਹੈਗਾ, ਤੇਰੇ ਐਕਸ਼ਨ ਦੇ ਵਿੱਚ ਕੀ ਹੈਗਾ, ਉਹਦੇ ਨਾਲ ਆ ਲਿਖਤ ਬਣਦੀ ਆ। ਇਹ ਤੇਰੀ ਲਿਖਤ ਬਣਨੀ ਹੈ ਭਾਈ। ਇਸ ਤਰੀਕੇ ਦੇ ਨਾਲ ਤੇਰੇ ਲੇਖ ਆ ਲਿਖ ਕੇ ਲੈ ਕੇ ਜਾਂਦਾ ਹੈ ਹਰੇਕ ਜੀਵ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਆਪ ਬੀਜਣਾ ਹੈ ਭਾਈ, ਆਪ ਹੀ ਖਾਣਾ ਪਊਗਾ। ਜੋ ਵੀ ਕੰਡਾ ਆਪਾਂ ਬੀਜ ਰਹੇ ਆਪਾਂ ਨੂੰ ਚੁਗਣਾ ਪੈਣਾ ਹੈ। ਜੋ ਕੁਛ ਵੀ ਕਿਸੇ ਦਾ ਦਿਲ ਦੁਖਾ ਰਿਹਾ ਆਪਾਂ ਨੂੰ ਬਰਾਬਰ ਉਹਦਾ ਜਿਹੜਾ ਹੈਗਾ ਉਹ ਭੋਗਣਾ ਪਊਗਾ। ਇਸ ਕਰਕੇ ਪਿਆਰਿਓ ਬਹੁਤ ਬਹੁਤ ਸੀਰੀਅਸ ਹੋ ਕੇ ਜਿਹੜਾ ਹੈਗਾ, ਚੌਕਸ ਹੋ ਕੇ ਜਿਹੜਾ ਹੈਗਾ ਇਹ ਆਪਾਂ ਦੁਨੀਆ ਦੇ ਵਿੱਚ ਆਏ ਆ, ਚੌਕਸ ਹੋ ਕੇ ਰਹੀਏ ਭਾਈ। ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਬਹੁਤ ਕੀਮਤੀ ਹੈਗਾ ਭਾਈ, ਬਹੁਤ ਕੀਮਤੀ ਹੈਗਾ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਇਹਦੇ ਵਿੱਚ ਆਹੀ ਨਿਯਮ ਹੈ ਮਾਲਕ ਪਰਮਾਤਮਾ ਦਾ, ਇਹਦੇ ਵਿੱਚ ਕੋਈ ਛੂਟ ਨਹੀਂ ਹੈਗੀ ਕਿਸੇ ਨੂੰ ਵੀ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਉਹਦਾ ਹੁਕਮ ਆ, ਉਹਦਾ ਨਿਯਮ ਹੈਗਾ, ਤੈਨੂੰ ਆਉਣਾ ਪਊਗਾ ਦੁਨੀਆ ਦੇ ਵਿੱਚ। ਜੇ ਚਾਹੁੰਨਾ ਹੈ ਇਸ ਖੇਡ ਤੋਂ ਨਿਕਲਣਾ ਤੇ ਉਹਦੇ ਹੁਕਮ ਨੂੰ ਬਜਾ ਲਾ ਮਿੱਤਰਾ, ਉਹਦੇ ਹੁਕਮ ਦੇ ਅਨੁਸਾਰ ਚੱਲ ਪਾ, ਧਿਆਨ ਸਿਮਰਨ ਕਰ ਲਾ। ਹੋਰ ਕੋਈ ਆਪਸ਼ਨ ਨਹੀਂ, ਕੋਈ ਚੁਆਇਸ ਨਹੀਂ ਹੈਗੀ। ਹੁਣ ਅੱਗੇ ਮਹਾਰਾਜ ਦੱਸ ਰਹੇ ਭਾਈ ਯਾਤਰਾ ਦੇ ਬਾਰੇ। ਤੀਰਥ, ਤਪ, ਦਇਆ, ਦਤ, ਦਾਨ। ਕਹਿੰਦੇ ਭਾਵੇਂ ਦੇਖ ਲੈ ਕਿੰਨੇ ਮਰਜੀ ਤੀਰਥਾਂ ਤੇ ਚਲੇ ਜਾ, ਤਪੱਸਿਆ ਕਰ ਲਾ, ਹੋਰ ਦੀ ਹੋਰ ਕਰਮ ਕਾਂਡ, ਦਇਆ ਕਰ ਲਾ, ਦਤ ਦਾਨ, ਕਹਿੰਦੇ ਦਾਨ ਕਰ ਲਾ। ਦੱਤ ਜਿਹੜਾ ਹੈਗਾ ਸੋਨਾ, ਦੱਤ ਜਿਹੜਾ ਹੈਗਾ ਦੌਲਤ, ਦੱਤ ਜਿਹੜਾ ਹੈਗਾ ਬ੍ਰਾਹਮਣ, ਜੋ ਮਰਜੀ ਜਿਹਨੂੰ ਮਰਜੀ ਦਾਨ ਕਰ ਲਾ ਭਾਈ। ਕੀ ਹੋਏਗਾ? ਜੇ ਕੋ ਪਾਵੇ ਤਿਲ ਕਾ ਮਾਣ, ਤਿਲ ਜਿੰਨਾ ਮਾਣ ਮਿਲ ਜਾਏਗਾ ਤੈਨੂੰ ਇਹਦੇ ਨਾਲ। ਸੁਣਿਆ ਮੰਨਿਆ ਮਨੇ ਕੀਤਾ ਭਾਓ। ਜੇ ਕਿਤੇ ਤੂੰ ਜਿਹੜਾ ਹੈਗਾ ਉਹ ਧਿਆਨ ਸਿਮਰਨ ਕਰ ਲੈ, ਸੁਣ ਲੈ ਉਸ ਨਾਮ ਨੂੰ, ਉਸ ਅਨਹਤ ਸ਼ਬਦ ਨੂੰ, ਉਸ ਨਾਦ ਨੂੰ, ਬ੍ਰਹਮ ਨਾਦ ਨੂੰ ਪ੍ਰਗਟ ਹੋ ਜਾਏ ਤੇਰੇ ਅੰਦਰ। ਜੇ ਕੋ ਭਾਵੈ, ਸੁਣਿਆ ਮੰਨਿਆ ਮਨ ਕੀਤਾ ਭਾਓ, ਤੇਰੇ ਮਨ ਦੇ ਵਿੱਚ ਉਤਰ ਜਾਏ, ਤੇਰੇ ਹਿਰਦੇ ਚਲੇ ਜਾਏ ਨਾਮ। ਪਿਆਰ ਦੇ ਨਾਲ ਜੇ ਇਸ ਸੁਣਨ ਮੰਨਣ ਦੀ ਖੇਡ ਖੇਡੀ, ਇਹ ਧਿਆਨ ਸਿਮਰਨ ਵਾਲੀ ਕਾਰਵਾਈ ਕੀਤੀ, ਅੰਤਰਗਤ ਤੀਰਥ ਮਲ ਨਾਓ। ਕਹਿੰਦੇ ਦੇਖ ਲਾ ਪਿਆਰਿਆ, ਅੰਦਰ ਖਾਤੇ ਦੇ ਵਿੱਚ ਤੇਰੀ ਸਾਰੀ ਮੈਲ ਉਤਰ ਜਾਏਗੀ ਮਨ ਦੀ। ਮਲ ਕੇ ਨਹਾ ਲਏਗਾ ਪਿਆਰਿਆ, ਚਿੱਟਾ ਹੋ ਜਾਏਗਾ ਬਿਲਕੁਲ। ਜਿਹੜਾ ਹੈਗਾ ਇਹ ਕਾਰਨ ਸ਼ਰੀਰ ਪੂਰਾ ਦਾ ਪੂਰਾ ਨਸ਼ਟ ਹੋ ਜਾਏਗਾ। ਆਹੀ ਯਾਤਰਾ ਹੈ ਭਾਈ, ਆਹੀ ਯਾਤਰਾ ਹੈ। ਸੁਣਿਆ ਮੰਨਿਆ ਮਨੇ ਕੀਤਾ ਭਾਓ। ਮਨ ਦੇ ਨਾਲ, ਪਿਆਰ ਦੇ ਨਾਲ, ਭਾਵਨਾ ਦੇ ਨਾਲ ਇਹ ਕੰਮ ਕਰਨਾ ਪੈਣਾ ਹੈ। ਸੁਣਿਆ ਮੰਨਿਆ ਮਨੇ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸਭ ਗੁਣ ਤੇਰੇ ਮੈਂ ਨਹੀਂ ਕੋਏ। ਮਹਾਰਾਜ ਕਹਿੰਦੇ ਮਾਲਕਾ ਇਹ ਤਾਂ ਬੜੇ ਗੁਣ ਹੈਗੇ ਆ,
ਸਾਰੇ ਗੁਣ ਹੈਗੇ, ਤੇਰੇ ਗੁਣ ਹੈਗੇ ਮਾਲਕਾ, ਮੇਰੇ ਕੋਲ ਤਾਂ ਕੋਈ ਗੁਣ ਹੀ ਨਹੀਂ ਹੈਗਾ। ਸਤ ਸੰਤੋਖ ਦਇਆ ਧਰਮ ਧੀਰਜ, ਕੋਈ ਗੁਣ ਹੀ ਨਹੀਂ ਹੈਗਾ ਮਾਲਕਾ। ਗੁਣਾਂ ਦੇ ਬਗੈਰ ਭਗਤੀ ਨਹੀਂ ਹੋ ਸਕਦੀ। ਸਭ ਗੁਣ ਤੇਰੇ ਮੈਂ ਨਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਦੇ ਗੁਣ ਮਾਲਕਾ, ਗੁਣਾਂ ਦੇ ਬਗੈਰ ਭਗਤੀ ਨਹੀਂ ਹੋ ਸਕਦੀ। ਸਵਸਤਾਤ ਬਾਣੀ ਬਰਮਾਓ ਸੋ ਅਸਥ, ਕਹਿੰਦੇ ਤੈਨੂੰ, ਤੇਰੇ ਅੱਗੇ ਮੈਂ ਅਸਥ ਹੈਗਾ, ਤੇਰੇ ਅੱਗੇ ਮੈਂ, ਮੇਰੀ ਸਲਾਮ ਹੈਗੀ, ਮੇਰੀ ਨਮਸਕਾਰ ਹੈਗੀ। ਸਵਸਤਾਤ ਬਾਣੀ ਬਰਮਾਓ, ਹਾਥ ਕਹਿੰਦੇ ਆ ਸਾਰਾ ਮੈਟਰ, ਧਨ ਦੌਲਤ, ਕਹਿੰਦੇ ਉਸ ਮਾਲਕ ਪਰਮਾਤਮਾ ਨੂੰ ਜਿਹੜਾ ਮਾਇਆ ਦਾ ਕੰਟਰੋਲਰ ਹੈਗਾ। ਸਵਾਸਤਾਤ ਬਾਣੀ ਬਰਮਾਓ, ਜਿਹੜਾ ਬ੍ਰਹਮਾ ਵਰਗਿਆਂ ਨੂੰ, ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਨੂੰ ਪੈਦਾ ਕਰਨ ਵਾਲਾ ਹੈ, ਇਹ ਸ਼ਕਤੀਆਂ ਨੂੰ। ਸਵਸਤਾਤ ਬਾਣੀ ਬਰਮਾਓ, ਉਸ ਮਾਲਕ ਨੂੰ ਜਿਹੜਾ ਇਹਨਾਂ ਨੂੰ ਬਣਾਉਣ ਵਾਲਾ ਹੈਗਾ, ਬਾਣੀ ਬਣਾਉਣ ਵਾਲਾ, ਉਹ ਮਾਲਕ ਪਰਮਾਤਮਾ, ਮੇਰੀ ਉਸ ਨੂੰ ਨਮਸਕਾਰ ਹੈ, ਮੇਰੀ ਉਸ ਨੂੰ ਸਲਾਮ ਹੈਗੀ। ਇਹ ਸਲਾਮ ਨਮਸਕਾਰ ਇਹੀ ਧਿਆਨ ਸਿਮਰਨ ਦੇ ਦੁਆਰਾ ਹੀ ਹੋਣੀ ਹੈ ਭਾਈ। ਉਹ ਕਿਹੜਾ ਦਿਸਦਾ ਹੈ ਆਪਾਂ ਨੂੰ? ਸਵਸਤਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ, ਉਹ ਸਤ ਹੈਗਾ, ਸੋਹਣਾ ਹੈਗਾ, ਹਮੇਸ਼ਾ ਹੀ ਉਹਦੇ ਮਨ ਚ ਚਾਅ ਹੈਗਾ, ਖਿੜਿਆ ਰਹਿੰਦਾ ਹੈ ਹਮੇਸ਼ਾ ਮਾਲਕ ਪਰਮਾਤਮਾ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਹੁਣ ਕਹਿੰਦੇ ਭਾਈ ਦੇਖ ਲਾ ਪਿਆਰਿਆ, ਆਹ ਕੰਮ ਨਾ ਕਰੀ ਤੂੰ। ਦੇਖ ਕਿਤੇ ਤੂੰ ਜਿਹੜਾ ਹੈਗਾ ਵੇਲਾ ਤੇ ਟਾਈਮ ਤੇ ਡੇਟ ਤੇ ਵਾਰ, ਵੀ ਇਹ ਧਰਤੀ ਕਦੋਂ ਬਣੀ ਸੀ, ਕਿਹੜੇ ਟਾਈਮ ਬਣੀ ਸੀ, ਕਿਹੜਾ ਮੁਹੂਰਤ ਸੀਗਾ ਉਦੋਂ, ਕਿਹੜਾ ਦਿਨ ਸੀਗਾ। ਕਵਣ ਸੇ ਰੁੱਤੀ ਮਹਾ ਕਵਣ ਜਿਤੁ ਆਕਾਰ, ਕਿਹੜੀ ਰੁੱਤ ਸੀਗੀ, ਮਹੀਨਾ ਕਿਹੜਾ ਸੀਗਾ, ਜਿਆਦੇ ਸਾਰਾ ਆਕਾਰ ਬਣਿਆ, ਸ੍ਰਿਸ਼ਟੀ ਬਣੀ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਦੇਖ ਲਓ ਪੰਡਤ, ਗਿਆਨੀ, ਸਕਾਲਰ, ਬ੍ਰਹਮਾ ਵਰਗੇ ਇੰਨਾ ਗਿਆਨ ਦੇਣ ਵਾਲੇ, ਇੰਨਾ ਲੇਖ ਲਿਖਣ ਵਾਲੇ, ਵੇਦ ਪੁਰਾਣ ਸਾਰੇ ਸ਼ਾਸਤਰ ਲਿਖਣ ਵਾਲੇ, ਇੰਨਾ ਗਿਆਨ ਜਿਹੜਾ ਹੈਗਾ, ਕਹਿੰਦੇ ਉਹਨਾਂ ਨੇ ਵੀ ਨਹੀਂ ਇਹਦੇ ਬਾਰੇ ਪਤਾ ਕਰ ਸਕੇ ਭਾਈ। ਵੇਲ ਨਾ ਪਾਈਆ, ਨਾ ਉਹਨਾਂ ਨੇ ਵੀ ਉਹ ਸਮਾਂ ਨਹੀਂ ਲੱਭ ਸਕੇ ਭਾਈ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਕਾਜੀ ਜਿਹੜੇ ਹੈਗੇ, ਉਹਨਾਂ ਨੇ ਵੀ ਭਾਈ ਨਹੀਂ ਵਕਤ ਲੱਭ ਸਕੇ ਭਾਈ, ਜਿਨ੍ਹਾਂ ਨੇ ਕਿ ਇੰਨੇ ਜਿਹੜੇ ਹੈਗੇ ਉਹ ਉਹਨਾਂ ਦੇ ਧਾਰਮਿਕ ਪੁਸਤਕਾਂ ਜਿਹੜੀਆਂ ਹੈਗੀਆਂ, ਉਹਨਾਂ ਦੇ ਜਿਹੜੇ ਹੈਗੇ ਆ ਕੁਰਾਨ, ਅੰਜੀਲ, ਹੋਰ ਜਿਹੜੇ ਹੈਗੇ ਇਹਨਾਂ ਦੀ ਬਾਈਬਲ, ਸਾਰੀ ਜਿਹੜੀ ਹੈਗੀ ਲਿਖਤਾਂ ਜਿਹੜੀਆਂ ਲਿਖੀਆਂ, ਜਿਨ੍ਹਾਂ ਨੇ ਕ੍ਰਿਸਚਨਾਂ ਦੀਆਂ, ਮੁਸਲਮਾਨਾਂ ਦੀਆਂ ਲਿਖਤਾਂ ਸਾਰੀਆਂ ਲਿਖਣ ਵਾਲੇ, ਇੰਨੀ ਆਇਤਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਹਜ਼ਰਤ ਮੁਹੰਮਦ ਦੀ ਜਿਹੜਾ ਉਚਾਰਨ ਕੀਤੀਆਂ ਸੀ, ਬਾਅਦ ਵਿੱਚ ਉਹਨਾਂ ਨੇ ਜਿਹੜੀਆਂ ਹੈਗੀਆਂ ਕਲਮਬੱਧ ਕੀਤੀਆਂ, ਕਹਿੰਦੇ ਉਹ ਵੀ ਜਿਹੜੇ ਹੈਗਾ ਸਮਰਥ ਹੈਗੇ ਇਸ ਗੱਲ ਤੋਂ। ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ, ਕਹਿੰਦੇ ਕੋਈ ਨਹੀਂ ਜਾਣਦਾ ਪਾਏ ਕਿਹੜੀ ਥਿਤ ਕਿਹੜੀ ਸੀਗੀ, ਕਿਹੜੀ ਡੇਟ ਸੀ, ਕਿਹੜਾ ਵਾਰ ਸੀਗਾ, ਕੋਈ ਜੋਗੀ ਨਹੀਂ ਜਾਣਦਾ ਪਾਏ। ਜੋਗੀ ਸੰਨਿਆਸੀ ਕੋਈ ਨਹੀਂ ਜਾਣਦਾ, ਜੋਗ ਵਾਲਾ, ਨਾ ਕੋਈ ਰੁੱਤ, ਨਾ ਕੋਈ ਮਹੀਨਾ, ਕੋਈ ਨਹੀਂ ਜਾਣਦਾ। ਫਿਰ ਕੌਣ ਜਾਣਦਾ ਹੈ ਜੀ? ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਜਿਸ ਮਾਲਕ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਆ, ਆਪਾਂ ਕਿਰਤ ਹੈਗੇ ਆ, ਆਪਾਂ ਸ੍ਰਿਸ਼ਟੀ ਹੈਗੇ ਆ, ਆਪਾਂ ਕਿਸ ਤਰੀਕੇ ਦੇ ਨਾਲ ਉਸ ਮਾਲਕ ਨੂੰ ਜਾਣ ਸਕਦੇ ਹਾਂ ਭਾਈ? ਆਪਣੇ ਅੰਦਰ ਤਾਂ ਜਿਹੜਾ ਹੈਗਾ, ਆਪਣੀ ਆਤਮਾ ਤੱਕ ਤਾਂ ਆਪਣੀ ਪਹੁੰਚ ਹੀ ਨਹੀਂ ਹੈ, ਆਤਮਾ ਨੂੰ ਤਾਂ ਆਪਾਂ ਜਾਣਦੇ ਹੀ ਨਹੀਂ ਹੈ, ਆਪਾਂ ਤਾਂ ਬਾਹਰ ਆਕਾਰ ਨੂੰ, ਸ੍ਰਿਸ਼ਟੀ ਨੂੰ ਜਾਣਦੇ ਹਾਂ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਉਧਰ ਤਾਂ ਵਨ ਵੇ ਟ੍ਰੈਫਿਕ ਹੈਗੀ, ਮਾਲਕ ਸਾਰਾ ਜੇ ਬੂੰਦ ਸਾਗਰ ਦੇ ਵਿੱਚ ਆ ਤੇ ਆਪਾਂ ਜਾਣਦੇ ਨਹੀਂ ਹੈ ਸਾਗਰ ਨੂੰ।
ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਕਹਿੰਦੇ ਉਹ ਆਪ ਜਾਣਦਾ ਹੈ ਭਾਈ, ਆਪ ਜਾਣਦਾ ਹੈ, ਮਾਲਕ ਪਰਮਾਤਮਾ ਨੂੰ ਪਤਾ ਹੈ ਭਾਈ। ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ। ਕਿਸ ਤਰੀਕੇ ਦੇ ਨਾਲ ਮਾਲਕਾ ਮੈਂ ਤੈਨੂੰ ਆਖ ਸਕਦਾ ਹੈ, ਕਿਸ ਤਰ੍ਹਾਂ ਮੈਂ ਸਲਾਹ ਸਕਦਾ ਤੈਨੂੰ, ਕਿਵੇਂ ਤੇਰਾ ਵਰਣਨ ਕਰ ਸਕਦਾ ਹੈ, ਕਿਵੇਂ ਤੈਨੂੰ ਮੈਂ ਜਾਣ ਸਕਦਾ ਹੈ। ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ। ਸਾਰੇ ਕਹਿੰਦੇ ਆ, ਆਖਦੇ ਆ, ਸਾਰੇ ਜਿਹੜੇ PhD ਕੀਤੀਆਂ ਹੁੰਦੀਆਂ, ਡਾਕਟਰੇਟ ਸਾਰਿਆਂ ਨੇ ਕੀਤੀ ਹੁੰਦੀ ਹੈ ਭਾਈ, ਇੱਕ ਦੋ ਇੱਕ ਸਿਆਣੇ ਹੈਗੇ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ। ਕਹਿੰਦੇ ਉਹ ਵੱਡਾ ਆ, ਮਾਲਕ ਹੈਗਾ ਭਾਈ, ਉਹਦਾ ਕੀਤਾ ਹੋਇਆ ਹੁੰਦਾ ਹੈ ਸਾਰਾ ਕੁਝ, ਜੋ ਕਰਦਾ ਹੁੰਦਾ ਹੈ। ਵੱਡੀ ਨਾਈ ਉਹ ਮਾਲਕ ਪਰਮਾਤਮਾ, ਉਹਦੇ ਨਾਮ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਹੀ ਮਿਲਣਾ ਹੈ। ਉਹਦੀ ਨਾਈ ਕਹਿੰਦੇ, ਉਹਦੀ ਸਿਫਤ ਸਲਾਹ, ਇਹ ਵੀ ਵੱਡੀ ਹੈ ਭਾਈ। ਇਸੇ ਦੇ ਨਾਲ ਇਸੇ ਨੇ ਵੱਡੇ ਦੇ ਨਾਲ ਜੋੜਨਾ ਹੈ ਆਪਾਂ ਨੂੰ। ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੇ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋ ਹੈ। ਜਿਹੜਾ ਮੈਂ ਕਰਦਾ ਹੈ ਭਾਈ, ਆਪਣੇ ਆਪ ਨੂੰ ਕਹਿੰਦਾ ਹੈ ਮੈਂ ਹੈਗਾ, ਮੈਂ ਜਾਣਦਾ ਹੈ, ਮੈਂ ਸਾਰਾ ਕੁਛ, ਮੈਂ ਕਰਦਾ ਹੈ ਭਾਈ, ਉਹ ਕਹਿੰਦੇ ਅੱਗੇ ਨਹੀਂ ਸੋਭਦਾ ਭਾਈ। ਉਹਦੀ ਜਾਈ ਅੱਗੇ ਨਹੀਂ ਹੁੰਦੀ, ਅੱਗੇ ਨਹੀਂ ਸੋਭਾ ਪਾਉਂਦਾ। ਇਹ ਜੀ 21 ਹੋ ਗਏ, ਇਸ ਤੋਂ ਅੱਗੇ ਫਿਰ ਕੱਲ ਲੈ ਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।